ਪਿਛਲੇ ਕੁਝ ਸਮੇਂ ਤੋਂ ਖਾਸ ਕਰਕੇ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਜੋ ਹਾਲਾਤ ਨਾਜ਼ੁਕ ਬਣੇ ਹੋਏ ਸੀ, ਉਸ ਤੋਂ ਬਾਅਦ ਕਾਫੀ ਏਰੀਏ ਵਿੱਚ ਇੰਡੀਆ ਦੇ ਵਿੱਚ ਪਾਕਿਸਤਾਨੀ ਐਕਟਰਸ ਕਹਿ ਲਓ ਜਾਂ ਪਾਕਿਸਤਾਨੀ ਬਿਜ਼ਨਸ ਕਹਿ ਲਓ, ਉਹਨਾਂ ਦਾ ਕਿਤੇ ਨਾ ਕਿਤੇ ਵਿਰੋਧ ਹੋ ਰਿਹਾ ਵਾ। ਮੈਂ ਗੱਲ ਕਰਨਾ ਚਾਹੂੰਗਾ ਇਹ ਦਿਲ ਹੈ ਮੁਸ਼ਕਿਲ, ਜੋ ਕਿ ਮੂਵੀ ਰਿਲੀਜ਼ ਦੇ ਕਾਫੀ ਕੋਲ ਆ, ਪਰ ਇਹਦਾ MNS ਵਗੈਰਾ ਮਹਾਰਾਸ਼ਟਰ ਨਵ ਨਿਰਵਾਣ ਸੈਨਾ ਦੁਆਰਾ ਵਿਰੋਧ ਕੀਤਾ ਜਾ ਰਿਹਾ ਵਾ। ਕਾਫੀ ਵੱਡੀ ਮਾਤਰਾ ਦੇ ਵਿੱਚ ਇੰਡੀਆ ਦੇ ਵਿੱਚ ਪਲੇਅਰਸ, ਈਵਨ ਕ੍ਰਿਕਟ ਪਲੇਅਰ ਜਾਂ ਦੂਜੇ ਹੋਰ ਖੇਡਾਂ ਖੇਡਣ ਵਾਲੇ ਪਲੇਅਰਸ ਤੇ ਬਾਲੀਵੁੱਡ ਕਾਫੀ ਜ਼ਿਆਦਾ ਵਿਰੋਧ ਕਰ ਰਹੀ ਆ ਕਿ ਪਾਕਿਸਤਾਨੀ ਐਕਟਰਸ ਨਾਲ ਲੈ ਕੇ ਮੂਵੀਜ਼ ਜਾਂ ਕੋਈ ਹੋਰ ਐਲਬਮਸ ਨਾ ਬਣਾਈਆਂ ਜਾਣ। ਜੇ ਅਸੀਂ ਪਾਕਿਸਤਾਨ ਦੀ ਗੱਲ ਕਰੀਏ, ਪਾਕਿਸਤਾਨ ਤੋਂ ਵੀ ਅੱਜ ਇਹ ਖਬਰ ਆ ਰਹੀ ਹੈ ਕਿ 21 ਅਕਤੂਬਰ ਤੋਂ ਬਾਅਦ 21 ਅਕਤੂਬਰ ਸਵੇਰੇ 3 ਵਜੇ ਤੋਂ ਬਾਅਦ ਇੰਡੀਆ ਦੀ ਕੋਈ ਵੀ ਟੀਵੀ ਚੈਨਲ ਜਾਂ ਮੂਵੀਜ਼ ਪਾਕਿਸਤਾਨ ਦੇ ਵਿੱਚ ਬ੍ਰੌਡਕਾਸਟ ਨਹੀਂ ਹੋਊਗੀ। ਦੋਵੇਂ ਕੰਟਰੀਆਂ ਦੇ ਵਿੱਚ ਇੱਕ ਮੂਵੀ ਇੰਡਸਟਰੀ ਜਾਂ ਐਂਟਰਟੇਨਮੈਂਟ ਇੰਡਸਟਰੀ ਨੂੰ ਲੈ ਕੇ ਇੱਕ ਜੰਗ ਜੀ ਲੱਗ ਗਈ ਆ। ਥੋੜੀ ਜੀ ਆਪਾਂ ਗੱਲਬਾਤ ਕਰਾਂਗੇ। ਇਹ ਦਿਲ ਹੈ ਮੁਸ਼ਕਿਲ। ਮੈਂ ਇੱਕ ਵਾਰੀ ਦੇਖਣਾ ਚਾਹੁੰਦਾ ਜੇ ਦਰਸ਼ਨ ਲਾਲ ਜੀ ਦੀ ਲਾਈਨ ਜੁੜ ਗਈ ਆ। ਸਰ ਆਵਾਜ਼ ਆ ਰਹੀ ਹੈ ਮੈਨੂੰ ਦਰਸ਼ਨ ਲਾਲ ਜੀ? I think there is still a problem, so I'll continue with my conversation. ਕੱਲ 12 MNS ਵਰਕਰ ਨੇ ਵਿਰੋਧ ਕੀਤਾ। ਵਿਰੋਧ ਕਰਨ ਤੋਂ ਬਾਅਦ ਜੋ ਮਹਾਰਾਸ਼ਟਰ ਗੌਰਮੈਂਟ ਨੇ ਸਟੈਪ ਚੱਕਿਆ, ਮੈਂ ਕਿਤੇ ਨਾ ਕਿਤੇ ਉਹਦੀ ਸਰਾਹਨਾ ਕਰਦਾ। ਇੱਕ ਸਟ੍ਰਿਕਟ ਸਟੈਪ ਚੱਕਿਆ। MNS ਦੀ ਗੱਲ ਕਰੀਏ ਤੇ ਸ਼ਿਵ ਸੈਨਾ ਦੀ ਗੱਲ ਕਰੀਏ, ਮਹਾਰਾਸ਼ਟਰ ਦੇ ਵਿੱਚ ਕਿਤੇ ਨਾ ਕਿਤੇ ਦੋਵੇਂ ਪਾਰਟੀਆਂ ਦਾਦਾਗਿਰੀ ਕਰਦੀਆਂ ਨੇ ਜਾਂ ਫਿਰ ਇੱਕ ਦੇਸ਼ ਭਗਤੀ ਦੇ ਨਾਂ ਤੇ ਗੁੰਡਾਗਰਦੀ ਕਰਦੀਆਂ, ਅਸੀਂ ਕਹਿ ਸਕਦੇ ਹਾਂ। ਪਰ ਜੋ ਕੱਲ ਮਹਾਰਾਸ਼ਟਰ ਗਵਰਨਮੈਂਟ ਨੇ 12 ਵਰਕਰਸ ਨੇ ਜਾ ਕੇ ਥੀਏਟਰ ਵਿੱਚ ਜਾ ਕੇ ਥੀਏਟਰ ਮਾਲਿਕਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇਹ ਦਿਲ ਹੈ ਮੁਸ਼ਕਿਲ ਮੂਵੀ ਨਹੀਂ ਚਲਾਓਗੇ। ਜੇ ਇਹ ਦਿਲ ਹੈ ਮੁਸ਼ਕਿਲ ਮੂਵੀ ਦੀ ਗੱਲ ਕਰੀਏ, ਕਰਨ ਜੋਹਰ ਨੇ ਇਹ ਮੂਵੀ ਬਣਾਈ ਆ ਤੇ ਨਿੱਕਾ ਜਿਹਾ ਰੋਲ, ਇੱਕ ਛੋਟਾ ਜਿਹਾ ਰੋਲ ਪਾਕਿਸਤਾਨੀ ਐਕਟਰ ਨੇ ਫਾਹਦ ਖਾਨ ਨੂੰ ਦਿੱਤਾ ਵਾ। ਮੂਵੀ ਕੰਪਲੀਟ ਹੋ ਚੁੱਕੀ ਸੀ ਜਦੋਂ ਇਹ ਮੁੱਦਾ ਉੱਠਿਆ ਵਾ। ਮੈਂ ਟੈਕਨੀਕਲ ਟੀਮ ਨੂੰ ਕਹੂੰਗਾ, ਮੈਨੂੰ ਆਵਾਜ਼ ਆ ਰਹੀ ਹੈ ਜੀ ਲਾਈਨ 'ਚ, ਪਲੀਜ਼ ਇਹਨੂੰ ਕਰੈਕਟ ਕਰੋ ਪਲੀਜ਼। ਜੇ ਤੁਹਾਡੇ ਕੋਲ ਦਰਸ਼ਨ ਲਾਲ ਜੀ ਦੀ ਲਾਈਨ ਨਹੀਂ ਲੱਗ ਰਹੀ, ਪਲੀਜ਼ ਫਿਕਸ ਮਾਈ ਲਾਈਨ। I hear some noise in the audio. ਓਕੇ, ਵਾਪਸ ਮੈਂ MNS ਦੇ ਮੁੱਦੇ ਤੇ ਜਾਊਂਗਾ। MNS ਦੇ ਇਹਨਾਂ ਵਰਕਰਸ ਦੁਆਰਾ ਥੀਏਟਰ ਵਿੱਚ ਜਾ ਕੇ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਕੀਤੀ ਗਈ। ਉਸ ਤੋਂ ਬਾਅਦ ਮੈਂ ਟੈਕਨੀਕਲ ਟੀਮ ਨੂੰ ਕਹੂੰਗਾ ਇੱਕ ਵਾਰ, ਪਲੀਜ਼ ਕੈਨ ਯੂ ਹੈਵ ਅ ਲੁੱਕ ਐਟ ਦਾ ਆਡੀਓ। ਮੈਨੂੰ ਆਡੀਓ ਡਿਸਟਰਬੈਂਸ ਬਹੁਤ ਜ਼ਿਆਦਾ ਆ ਰਹੀ ਆ। ਉਸ ਤੋਂ ਬਾਅਦ ਮਹਾਰਾਸ਼ਟਰ ਗਵਰਨਮੈਂਟ ਨੇ 12 MNS ਵਰਕਰ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਨ ਤੋਂ ਬਾਅਦ ਨਵੰਬਰ 4 ਤੱਕ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ ਗਿਆ। ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤੇ ਜਦੋਂ ਇਸ ਮੂਵੀ ਦੀ ਪ੍ਰੋਡਕਸ਼ਨ ਸ਼ੁਰੂ ਹੋਈ ਸੀ, ਉਦੋਂ ਦੋਵਾਂ ਦੇਸ਼ਾਂ ਦੇ ਵਿੱਚ ਹਾਲਾਤ ਬਹੁਤ ਵਧੀਆ ਸੀ। ਨਰਿੰਦਰ ਮੋਦੀ ਜੀ ਦਾ ਪਾਕਿਸਤਾਨ ਦਾ ਦੌਰਾ ਲਗਭਗ ਉਹਦੇ ਕੋਲ ਇਹ ਸਟੈਪ ਕਰਨ ਜੋਹਰ ਕੋਲ ਲਿਆ ਗਿਆ ਸੀ। ਕਰਨ ਜੋਹਰ ਨੇ ਕੱਲ ਇੱਕ ਵੀਡੀਓ ਜਾਹਿਰ ਕਰਕੇ, ਵੀਡੀਓ ਰਿਲੀਜ਼ ਕਰਕੇ ਇੱਕ ਰਿਕੁਐਸਟ ਵੀ ਕੀਤੀ ਸਾਰਿਆਂ ਸਾਹਮਣੇ ਕਿ ਮੈਂ ਅੱਗੇ ਤੋਂ ਪਾਕਿਸਤਾਨੀ ਐਕਟਰਸ ਨਾਲ ਕੰਮ ਨਹੀਂ ਕਰੂੰਗਾ, ਪਰ ਮੇਰੀ ਮੂਵੀ ਰਿਲੀਜ਼ ਹੋਣ ਦਿੱਤੀ ਜਾਵੇ। ਐਜ਼ ਅ ਬਿਜ਼ਨਸ ਪਰਸਨ ਆਈ ਅੰਡਰਸਟੈਂਡ ਕਿ ਕਰਨ ਜੋਹਰ what he is going through, ਕਾਫੀ ਪੈਸਾ ਉਹਨਾਂ ਦਾ ਇਨਵੈਸਟ ਹੋ ਚੁੱਕਿਆ ਵਾ। ਜੇ ਉਹ ਮੂਵੀ ਰਿਲੀਜ਼ ਹੋਣ, ਜੇ ਕੁਝ ਥੀਏਟਰ ਆਰਗੇਨਾਈਜੇਸ਼ਨ ਨੇ ਮਿਲ ਕੇ ਆਪਸ ਸਲਾਹ ਕੀਤੀ ਆ ਕਿ ਇਸ ਮੂਵੀ ਨੂੰ ਨਾ ਰਿਲੀਜ਼ ਹੋਣ ਦਿੱਤਾ ਜਾਵੇ, ਜੇ ਇਹ ਮੂਵੀ ਨੂੰ ਥੀਏਟਰਸ ਨਹੀਂ ਲੱਗਣ ਦਿੱਤਾ ਜਾਂਦਾ, ਕਰਨ ਜੋਹਰ ਦਾ ਇੱਕ ਬਹੁਤ ਵੱਡਾ ਨੁਕਸਾਨ ਹੋਊਗਾ। ਦੂਜੇ ਪਾਸੇ ਉਹ ਲੋਕ ਜੋ ਲੋਕ ਕਰਨ ਜੋਹਰ ਦੇ ਨਾਲ ਖੜੇ ਸੀ, ਅੱਜ ਕਰਨ ਜੋਹਰ ਨੂੰ ਬਲੇਮ ਕਰ ਰਹੇ ਆ ਕਿ ਤੁਸੀਂ ਕਿਉਂ ਝੁਕ ਗਏ ਇਹਨਾਂ ਦੇ ਸਾਹਮਣੇ, ਤੁਸੀਂ ਝੁਕਣਾ ਨਹੀਂ ਸੀ। ਪਰ ਐਜ਼ ਅ ਬਿਜ਼ਨਸ ਪਰਸਨ ਮੇਰੇ ਖਿਆਲ ਕਰਨ ਜੋਹਰ ਨੇ ਆਪਣੀ ਮੂਵੀ ਰਿਲੀਜ਼ ਕਰਨ ਵਾਸਤੇ ਇੱਕ ਵਧੀਆ ਸਟੈਪ ਲਿਆ ਤਾਂ ਕਿ ਫਰੋਮ ਫਾਈਨੈਂਸ਼ੀਅਲ ਪੁਆਇੰਟ ਆਫ ਵਿਊ ਉਹਨਾਂ ਨੂੰ ਕੋਈ ਨੁਕਸਾਨ ਨਾ ਸਹਿਣ ਕਰਨਾ ਪਵੇ। ਪਰ ਇੱਥੇ ਮੈਂ ਗੱਲ ਕਰਨਾ ਚਾਹੂੰਗਾ ਕਿ ਜੋ ਮਹਾਰਾਸ਼ਟਰ ਗਵਰਨਮੈਂਟ ਨੇ ਸਟੈਪ ਚੱਕਿਆ ਵਾ, ਦੀਵਾਲੀ ਆਉਣ ਵਾਲੀ, ਅਸੀਂ ਸਾਰੇ ਜਾਣਦੇ ਹਾਂ 30 ਅਕਤੂਬਰ ਨੂੰ ਦੀਵਾਲੀ ਆ, ਉਹਦੇ ਚੱਲਦੇ ਹੋਏ MNS ਵਰਕਰ ਜਿਨ੍ਹਾਂ ਨੇ ਮੂਵੀ ਰੋਕਣ ਦੀ ਕੋਸ਼ਿਸ਼ ਕੀਤੀ, 4 ਨਵੰਬਰ ਤੱਕ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਵਿੱਚ ਭੇਜਿਆ ਗਿਆ। ਕਿ ਇਹ ਸਟੈਪ ਚੁੱਕਣ ਨਾਲ MNS ਹੋਵੇ ਜਾਂ ਸ਼ਿਵ ਸੈਨਾ ਹੋਵੇ ਜਾਂ ਹੋਰ ਕੱਟੜਬੰਦੀ ਜਥੇਬੰਦੀਆਂ ਹੋਣ ਜੋ ਦੇਸ਼ ਭਗਤੀ ਦੇ ਨਾਂ ਤੇ ਸਰੇਆਮ ਗੁੰਡਾਗਰਦੀਆਂ ਕਰਦੀਆਂ ਨੇ, ਉਹ ਇਸ ਮੂਵੀ ਨੂੰ ਜੋ ਰੋਕਣ ਦੀ ਇੱਕ ਸਾਜ਼ਿਸ਼ ਕਰ ਰਹੇ ਸੀ ਜਾਂ ਇੱਕ ਚਾਲ ਚੱਲ ਰਹੀ ਸੀ ਦੇਸ਼ ਭਗਤੀ ਦੇ ਨਾਂ ਤੇ, ਕੀ ਉਹ ਚੀਜ਼ ਕੰਟਰੋਲ 'ਚ ਆਊਗੀ ਜਾਂ ਫਿਰ ਇਹਨਾਂ ਪਾਰਟੀਆਂ ਦੁਆਰਾ ਇੱਕ ਕੋਸ਼ਿਸ਼ ਲਗਾਤਾਰ ਜਾਰੀ ਰਹੂਗੀ? ਹਰਪ੍ਰੀਤ ਜੀ, ਡਿਬੇਟ ਹੈ ਜੀ, ਐਨੀਵਨ ਕੈਨ ਕਮੈਂਟ। ਹੋ ਇਹ ਰਿਹਾ ਹੈ ਕਿ ਇੱਥੇ ਹਰ ਇੱਕ ਚੀਜ਼ ਨੂੰ ਪੋਲੀਟੀਸਾਈਜ਼ ਕਰ ਲਿਆ ਜਾਂਦਾ ਹੈ
ਉਹਦੀ ਮੈਰਿਟ ਦੇ ਆਧਾਰ ਕੋਈ ਨਹੀਂ ਦੇਖਿਆ ਜਾਂਦਾ। ਔਰ ਸਪੈਸ਼ਲੀ ਸ਼ਿਵ ਸੈਨਾ ਤੇ ਐਮਐਨਐਸ ਪਾਰਟੀ ਹੈ ਜਿਹੜੀ ਰਾਜ ਠਾਕਰੇ ਜੀ ਦੀ, ਇਹ ਤਾਂ ਬਹੁਤ ਜ਼ਿਆਦਾ ਇਹਨਾਂ ਦਾ ਪਹਿਲਾਂ ਤੋਂ ਹੀ ਇਤਿਹਾਸ ਇਹ ਹੈ ਕਿ ਭੰਨ ਤੋੜ ਤੇ ਪਹਿਲਾਂ ਜਾਂਦੇ ਨੇ, ਬਿਆਨ ਕੋਈ ਪਿੱਛੋਂ ਦਿੰਦੇ ਨੇ, ਔਰ ਉੱਥੇ ਇਸ ਕਰਕੇ ਇਹਨਾਂ ਦਾ ਦਬਦਬਾ ਵੀ ਬਣਿਆ ਹੋਇਆ ਤੇ ਉਹ ਚੀਜ਼ ਨੂੰ ਉਸ ਤਰ੍ਹਾਂ ਹੀ ਕਾਬੂ ਰੱਖਣ ਦੀ ਕੋਸ਼ਿਸ਼ ਕਰਦੇ ਆ। ਹਾਲਾਂਕਿ ਇਹ ਨਾ ਤਾਂ ਮਹਾਰਾਸ਼ਟਰ ਦੇ ਵਿੱਚ ਹੱਕ 'ਚ ਜਾਂਦੀ ਹੈ, ਨਾ ਹੀ ਮੁਲਕ ਦੇ ਹੱਕ 'ਚ ਜਾਂਦੀ ਹੈ। ਮੈਨੂੰ ਨਹੀਂ ਪਤਾ ਉਹਨਾਂ ਦੀ ਪਾਰਟੀਆਂ ਦੇ ਹੱਕ 'ਚ ਜਾਂਦੀ ਹੋਵੇ ਜਾਂ ਨਾ ਜਾਂਦੀ ਹੋਵੇ, ਪਰ ਆਮ ਲੋਕਾਂ ਦੇ ਔਰ ਮੁਲਕ ਦੇ ਹੱਕ 'ਚ ਕੋਈ ਜਾਂਦੀ ਨਹੀਂ ਚੀਜ਼। ਉਹਨਾਂ ਨੇ ਜਦੋਂ ਮੂਵੀ ਸ਼ੁਰੂ ਕੀਤੀ ਹੈ, ਹਾਲਤ ਚੰਗੇ ਸੀ, ਗਵਰਨਮੈਂਟ ਨੇ ਵੈਲਿਡ ਵੀਜ਼ਾ ਉਹਨਾਂ ਨੂੰ ਦਿੱਤਾ ਹੋਇਆ ਸੀ, ਜਿਹੜੇ ਉਹ ਹੈ ਕਲਾਕਾਰ ਨੇ, ਉਹਨਾਂ ਨੇ ਮੂਵੀ ਬਣਾ ਲਈ ਹੈ ਉਹਨਾਂ ਦੇ ਨਾਲ। ਜੇ ਹੁਣ ਹਾਲਤ ਵਿਗੜ ਗਏ ਨੇ, ਇਹ ਗੱਲ ਸਹੀ ਹੋ ਸਕਦੀ ਹੈ ਕੁਝ ਲੋਕਾਂ ਦੇ ਹਿਸਾਬ ਦੇ ਨਾਲ ਕਿ ਜੇ ਉਹਨਾਂ ਨਾਲ ਸੰਬੰਧ ਚੰਗੇ ਨਹੀਂ ਜਾਂ ਉਰੀ ਵਰਗੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਅਸੀਂ ਉਹਨਾਂ ਲੋਕਾਂ ਨੂੰ ਇੱਥੇ ਰੁਜ਼ਗਾਰ ਦੇ ਮੌਕੇ ਕਿਉਂ ਦਈਏ। ਪਰ ਜੋ ਕੁਝ ਪਿੱਛੇ ਜਦੋਂ ਹਾਲਾਤ ਠੀਕ ਸੀ, ਕਿਸੇ ਬੰਦੇ ਨੇ ਇਨਵੈਸਟਮੈਂਟ ਕਰਕੇ ਕੋਈ ਚੀਜ਼ ਤਿਆਰ ਕੀਤੀ ਹੈ, ਉਹਨੂੰ ਰਿਲੀਜ਼ ਕਰਕੇ ਉਹਨੂੰ ਆਪਣਾ ਬਿਜ਼ਨਸ ਤੇ ਕਰਨ ਦੇਣਾ ਚਾਹੀਦਾ। ਉਹ ਤਾਂ ਬੰਦਾ ਚੰਗਾ ਭਲਾ ਬੜਾ ਹਿੰਦੁਸਤਾਨੀ ਆਦਮੀ ਹੈ, ਉਹਦੀ ਲੋਇਲਟੀ, ਉਹਦੀ ਸਾਰੀ ਵਿਚਾਰ ਹਿੰਦੁਸਤਾਨ ਦੇ ਪੱਖ ਵਿੱਚ ਨੇ ਤੇ ਉਹਨਾਂ ਨੇ ਹਾਲਾਤਾਂ ਦੇ ਅਨੁਸਾਰ ਕੰਮ ਕੀਤਾ। ਸੋ ਇਹੋ ਜਿਹੀਆਂ ਘਟਨਾਵਾਂ ਬਾਰੇ ਜ਼ਰੂਰ ਸਮਾਜਿਕ ਤੌਰ ਤੇ ਵੀ, ਬਿਜ਼ਨਸ ਤੌਰ ਤੇ ਵੀ ਲੋਕਾਂ ਨੂੰ ਇੱਕ ਸਹੀ ਕੋਈ ਗਾਈਡਲਾਈਨਸ ਬਣਾਉਣੀਆਂ ਚਾਹੀਦੀਆਂ ਨੇ। ਔਰ ਇਸ ਤਰ੍ਹਾਂ ਦੀ ਜਿਹੜੀ ਗੁੰਡਾਗਰਦੀ ਵਾਲੀ ਰਾਜਨੀਤੀ ਹੈ, ਇਹ ਜ਼ਰੂਰ ਇਹਨਾਂ ਪਾਰਟੀਆਂ ਨੂੰ ਬੰਦ ਕਰਨੀ ਚਾਹੀਦੀ ਹੈ, ਕਿਉਂਕਿ ਇਹਨਾਂ ਨੇ ਬਹੁਤ ਕੁਛ ਇਹਦੇ ਨਾਲ ਖੱਟਿਆ ਵੀ ਹੈ ਨਹੀਂ, ਪਰ ਪਤਾ ਨਹੀਂ ਉਹਨਾਂ ਨੂੰ ਲੱਗਦਾ ਸਾਡੀ ਹੋਂਦ ਇਹਦੇ ਨਾਲ ਹੀ ਚੱਲੇਗੀ। ਬਿਲਕੁਲ ਇਹ ਗਲਤ ਗੱਲ ਹੈ ਉਹਦੀ ਮੂਵੀ ਨੂੰ ਰਿਲੀਜ਼ ਹੋਰ ਤੋਂ ਰੋਕਣਾ। ਹਾਂ, ਅੱਗੇ ਵਾਸਤੇ ਉਹ ਕਹਿਣ ਕਿ ਉਹਨਾਂ ਨੂੰ ਨਾ ਬੁਲਾਓ, ਉਹ ਗੱਲ ਬਾਰੇ ਵਿਚਾਰਿਆ ਜਾ ਸਕਦਾ, ਉਹਦੇ ਹਾਂ ਪੱਖੀ ਔਰ ਨਾ ਪੱਖੀ ਗੱਲਾਂ ਦੇ ਪਹਿਲੂਆਂ ਨੂੰ ਵਿਚਾਰਿਆ ਜਾ ਸਕਦਾ, ਪਰ ਉਹਦੀ ਜਿਹੜੀ ਮੂਵੀ ਆ ਉਹ ਰਿਲੀਜ਼ ਨਾ ਕਰਨੀ, ਇਹਨੂੰ ਸਰਾਸਰ ਜਿਹੜਾ ਤੁਸੀਂ ਲਫ਼ਜ਼ ਗੁੰਡਾਗਰਦੀ ਵਰਤਿਆ ਉਹੀ ਉਹਦੇ ਵਾਸਤੇ ਸਹੀ ਹੈ, ਹੋਰ ਕੋਈ ਨਹੀਂ। ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਵੈਂਕਈਆ ਨਾਇਡੂ ਜੀ ਦੀ ਅੱਜ ਇੱਕ ਇੰਟਰਵਿਊ ਮੈਂ ਸੁਣ ਰਿਹਾ ਸੀ, ਜਿਹਦੇ ਵਿੱਚ ਕਿ ਜਦੋਂ ਜਰਨਲਿਸਟ ਨੇ ਉਹਨਾਂ ਕੋਲ ਸਵਾਲ ਪੁੱਛਿਆ ਕਿ ਜੋ ਬਾਈਕਾਟ ਕਰਨ ਦੀ ਗੱਲ ਚੱਲ ਰਹੀ ਹੈ, ਸਰਕਾਰ ਦਾ ਕੀ ਰਵੱਈਆ, ਤੇ ਨਾਇਡੂ ਸਾਹਿਬ ਦਾ ਸਾਫ਼ ਕਹਿਣਾ ਸੀ ਕਿ ਸਰਕਾਰ ਵੱਲੋਂ ਇਹਨਾਂ ਨੂੰ ਰੋਕਿਆ ਨਹੀਂ ਜਾ ਰਿਹਾ। ਦੇਸ਼ ਭਗਤਾਂ ਤਾਂ ਜਾਂ ਲੋਕਾਂ, ਦੇਸ਼ ਦੇ ਲੋਕਾਂ ਦੇ ਵਿੱਚ ਇੱਕ ਰੋਸ਼ ਹੈ ਪਾਕਿਸਤਾਨ ਦੇ ਖਿਲਾਫ, ਕਿਤੇ ਨਾ ਕਿਤੇ ਉਹ ਰੋਸ਼ ਲੋਕ ਆਪਣਾ ਵਿਅਕਤ ਕਰ ਰਹੇ ਨੇ, ਜਾਂ ਫਿਰ ਉਹ ਗੁੱਸੇ ਵਿੱਚ ਲੋਕ ਪਾਕਿਸਤਾਨੀ ਐਕਟਰਸ ਨੂੰ ਜਾਂ ਮੂਵੀ ਰਿਲੀਜ਼ ਹੋਣ ਦੇ ਬਾਰੇ, ਮੂਵੀ ਰਿਲੀਜ਼ ਹੋਣ ਤੋਂ ਰੋਕਣ ਦੇ ਬਾਰੇ ਕਮੈਂਟ ਕਰ ਰਹੇ ਨੇ। ਸਬਦੀਪ ਜੀ, ਤੁਹਾਡੇ ਤੋਂ ਮੈਂ ਕੁਐਸਚਨ ਪੁੱਛਣਾ ਚਾਹੂੰਗਾ, ਕਿਤੇ ਨਾ ਕਿਤੇ ਵੈਂਕਈਆ ਨਾਇਡੂ ਸਾਹਿਬ ਨੇ ਵੀ ਦਬੇ ਸ਼ਬਦਾਂ ਵਿੱਚ ਉਹ ਲੋਕ ਜੋ ਇਹ ਪ੍ਰੋਬਲਮ ਕ੍ਰੀਏਟ ਕਰ ਰਹੇ ਨੇ ਉਹਨਾਂ ਦਾ ਸਾਥ ਦਿੱਤਾ ਵਾ। ਬਿਲਕੁਲ ਜੀ, ਸਾਥ ਉਹਨਾਂ ਨੂੰ ਦੇਣਾ ਬਣਦਾ, ਕਿਉਂਕਿ ਉਹ ਜਿਸ ਹਿੰਦੂਤਵਵਾਦੀ ਫਾਸ਼ੀਵਾਦੀ ਦੇਸ਼ ਭਗਤੀ ਨੂੰ ਉਭਾਰਨਾ ਚਾਹੁੰਦੇ ਨੇ, ਉਸ ਦੇਸ਼ ਭਗਤੀ ਦਾ ਆਧਾਰ ਹੀ ਇਹ ਬਣਦਾ ਹੈ ਕਿ ਗੁਆਂਢੀ ਮੁਲਕ ਦੇ ਖਿਲਾਫ ਨਫ਼ਰਤ ਪੈਦਾ ਕੀਤੀ ਜਾਵੇ, ਹਿੰਦੁਸਤਾਨ ਦੇ ਵਿੱਚ ਫਿਰਕਿਆਂ ਦੇ ਵਿੱਚ ਨਫ਼ਰਤ ਕੀਤੀ ਜਾਵੇ ਤੇ ਉਹਦੇ ਆਧਾਰ ਦੇ ਉੱਤੇ ਹਿੰਦੂਤਵਵਾਦੀ ਰਾਜਨੀਤੀ ਨੂੰ ਜਿਹੜਾ ਉਭਾਰਨ ਦਾ ਯਤਨ ਕੀਤਾ ਜਾਵੇ। ਜੇ ਤੁਸੀਂ ਮੇਰੇ ਤੋਂ ਪੁੱਛੋ ਤਾਂ ਮੈਂ ਕਹਾਂਗਾ ਕਿ ਮੇਰੀ ਦੇਸ਼ ਭਗਤੀ ਦਾ ਆਧਾਰ ਇਹ ਹੈ ਕਿ ਮੈਂ ਆਪਣੇ ਦੇਸ਼ ਦੇ ਲੋਕਾਂ ਦੇ ਵਿੱਚ ਜਿਹੜੀ ਫਿਰਕੇਦਾਰੀ ਦੀ ਭਾਵਨਾ ਹੈ ਉਹਨੂੰ ਰੱਖਦੇ ਹੋਏ ਉਹਨਾਂ ਦੇ ਵਿੱਚ ਸਦਭਾਵਨਾ ਪੈਦਾ ਕਰਨ ਲਈ ਕੰਮ ਕਰਾਂ। ਜੇ ਮੇਰੇ ਤੋਂ ਪੁੱਛੋ ਕਿ ਮੇਰੀ ਦੇਸ਼ ਭਗਤੀ ਦਾ ਆਧਾਰ ਕੀ ਆ, ਤਾਂ ਮੈਂ ਇਹ ਕਹਾਂਗਾ ਕਿ ਮੇਰੇ ਗਵਾਂਢੀ ਮੁਲਕ ਦੇ ਨਾਲ ਸਾਡੇ ਜਿਹੜੇ ਸਬੰਧ ਨੇ ਉਹ ਬਿਹਤਰ ਬਣਨ ਦੇ ਵਿੱਚ ਮੈਂ ਜਿੰਨੀ ਮਦਦ ਕਰ ਸਕਦਾ, ਮੇਰੀ ਉਸ ਗੱਲ ਨੂੰ ਦੇਸ਼ ਭਗਤੀ ਤਸਲੀਮ ਕੀਤਾ ਜਾਵੇ। ਜੇ ਗਵਾਂਢੀ ਮੁਲਕ ਵੱਲੋਂ ਟੈਰਰਿਸਟ ਭੇਜੇ ਜਾ ਰਹੇ ਨੇ ਤੇ ਉਹਨਾਂ ਦਾ ਵਿਰੋਧ ਕਰਨਾ ਮੇਰਾ ਹੱਕ ਬਣ ਜਾਂਦਾ, ਪਰ ਜਿਵੇਂ ਸਰਜੀਕਲ ਸਟ੍ਰਾਈਕ ਦਾ ਰਾਜਨੀਤਿਕ ਤੌਰ ਤੇ ਇਸਤੇਮਾਲ ਕੀਤਾ ਗਿਆ, ਬਿਲਕੁਲ ਮਹਾਰਾਸ਼ਟਰ ਦੇ ਵਿੱਚ ਹੁਣ ਨਵ ਨਿਰਮਾਣ ਸੈਨਾ ਜਿਹੜੀ ਹੈਗੀ, ਜਿਹੜੀ ਬੇਸਿਕਲੀ ਸ਼ਿਵ ਸੈਨਾ ਦਾ ਮੁਕਾਬਲਾ ਕਰਨ ਲਈ ਹੋਰ ਅਗਰੈਸਿਵ ਹੋਣਾ ਪਸੰਦ ਕਰਦੀ ਹੈ, ਜੇ ਉਹਦੀ ਦੇਸ਼ ਭਗਤੀ ਨੂੰ ਵੈਂਕਈਆ ਨਾਇਡੂ ਵਰਗੇ ਸੀਨੀਅਰ ਨੇਤਾ ਵੀ ਇੱਕ ਤਰੀਕੇ ਦੇ ਨਾਲ ਹੈਲਪ ਕਰ ਰਹੇ ਨੇ, ਤਾਂ ਮੈਂ ਇਹ ਸਮਝਦਾ ਕਿ ਇਹ ਦੇਸ਼ ਸੱਚਮੁੱਚ ਉਸ ਰਾਜਨੀਤੀ ਦੇ ਵਿੱਚ ਚਲਾ ਗਿਆ ਹੈ ਜਿਹੜੀ ਰਾਜਨੀਤੀ ਸਾਡੇ ਦੇਸ਼ ਦੇ ਵਿੱਚ ਬਿਲਕੁਲ ਗਲਤ ਕਿਸਮ ਦੀ ਪ੍ਰਵਿਰਤੀ ਪੈਦਾ ਕਰਨੀ ਚਾਹੁੰਦੀ ਹੈ। ਜੇ ਦੇਸ਼ ਭਗਤੀ ਇਹੀ ਹੈ ਜਿਹੜੀ ਐਮਐਨਐਸ ਵੱਲੋਂ ਦਿਖਾਈ ਜਾ ਰਹੀ ਹੈ, ਜੇ ਦੇਸ਼ ਭਗਤ ਇਹੀ ਹੈ ਜਿਹਦੇ ਨਾਲ 56 ਇੰਚ ਦੀ ਚੌੜੀ ਛਾਤੀ ਦੇ ਨਾਂ ਦੇ ਉੱਤੇ ਸਰਜੀਕਲ ਸਟ੍ਰਾਈਕ ਨੂੰ
ਤੁਸੀਂ ਰਾਜਨੀਤਿਕ ਤੌਰ ਤੇ ਇਸਤੇਮਾਲ ਕਰਦੇ ਹੋ, ਹੁਣ ਤੱਕ ਦੀ ਸਾਰੀ ਆਪਣੀ ਸੈਨਿਕ ਰਣਨੀਤੀ ਨੂੰ ਤਬਦੀਲ ਕਰ ਦਿੰਦੇ ਹੋ। ਭਾਰਤ ਦੇ ਵਿੱਚ ਮੁਸਲਮਾਨਾਂ ਤੋਂ ਬਿਨਾਂ ਵਜ੍ਹਾ ਇਹ ਸਵਾਲ ਕਰਦੇ ਹੋ ਕਿ ਕੀ ਤੂੰ ਦੇਸ਼ ਭਗਤ ਹੈ ਜਾਂ ਗਵਾਂਢੀ ਮੁਲਕ ਦੇ ਖਿਲਾਫ ਕੋਈ ਨਫ਼ਰਤ ਪੈਦਾ ਕਰਦੇ ਹੋ, ਔਰ ਭਾਰਤੀ ਮੁਸਲਮਾਨਾਂ ਨੂੰ ਇੱਕ ਤਰ੍ਹਾਂ ਨਾਲ ਉਹਦਾ ਹਿੱਸਾ ਹੀ ਮੰਨ ਲੈਂਦੇ ਹੋ। ਤਾਂ ਮੈਂ ਸਮਝਦਾ ਕਿ ਮੈਂ ਇਹੋ ਜੀ ਦੇਸ਼ ਭਗਤੀ ਨੂੰ ਪੂਰੀ ਤਰ੍ਹਾਂ ਰੱਦ ਕਰਨਾ, ਔਰ ਮੈਂ ਇਸ ਤਰ੍ਹਾਂ ਦਾ ਦੇਸ਼ ਭਗਤ ਹੋਣਾ ਕਦੇ ਵੀ ਪਸੰਦ ਨਹੀਂ ਕਰ ਸਕਦਾ। ਇੱਕ ਹੋਰ ਬੜੀ ਇੰਪੋਰਟੈਂਟ ਇਸ ਇੰਟਰਵਿਊ ਤੋਂ ਮੈਂ ਗੱਲ ਕਰਨਾ ਚਾਹੂੰਗਾ, ਜੋ ਕਿ ਮੀਡੀਆ ਇੰਡਸਟਰੀ ਜਾਂ ਫਿਰ ਨਿਊਜ਼ ਇੰਡਸਟਰੀ ਨਾਲ ਰਿਲੇਟਡ ਆ, ਜਰਨਲਿਸਟਾਂ ਉੱਤੇ ਸਵਾਲ। ਨਾਲ ਹੀ ਨਾਇਡੂ ਸਾਹਿਬ ਨੇ ਗੱਲ ਕਰਦੇ ਹੋਏ ਇਹ ਵੀ ਕਹਿ ਦਿੱਤਾ ਕਿ ਮੀਡੀਆ ਨੂੰ ਵੀ ਨੈਸ਼ਨਲ ਇੰਟਰਸਟ ਧਿਆਨ 'ਚ ਰੱਖਣੇ ਚਾਹੀਦੀ ਆ। ਜਰਨਲਿਸਟ ਚਾਹੇ ਜਿਹੜੇ ਮਰਜ਼ੀ ਚੈਨਲ ਨਾ ਹੋਣ, ਕਿਤੇ ਨਾ ਕਿਤੇ ਕੋਈ ਕੰਟਰੀ ਨਾਲ ਐਸੋਸੀਏਟਡ ਹੁੰਦੇ ਆ, ਤੇ ਜਰਨਲਿਸਟ ਨੂੰ ਵੀ ਪਾਕਿਸਤਾਨ ਦਾ ਇਸ ਮਾਮਲੇ ਵਿੱਚ ਸਾਥ ਨਹੀਂ ਦੇਣਾ ਚਾਹੀਦਾ। ਸਵਾਲ ਮੇਰਾ ਇਹ ਆ, ਇੱਕ ਪਾਸੇ ਅਸੀਂ ਫ੍ਰੀ ਮੀਡੀਆ ਦੀ ਗੱਲਾਂ ਕਰਦੇ ਆ, ਇੱਕ ਪਾਸੇ ਅਸੀਂ ਡੈਮੋਕ੍ਰੇਸੀ ਦੀ ਗੱਲਾਂ ਕਰਦੇ ਆ। ਜੇ ਕਿ ਜਰਨਲਿਸਟ ਨੂੰ ਇਹ ਲੱਗਦਾ ਵਾ ਕਿ ਇੱਥੇ ਇੰਡੀਆ ਜਾਂ ਇੰਡੀਅਨ ਗਵਰਨਮੈਂਟ ਦਾ ਰਵੱਈਆ ਗਲਤ ਆ, ਤੇ ਉਹ ਜਰਨਲਿਸਟ ਦਾ ਉਸ ਟਾਈਮ ਤੇ ਉਸ ਕਮੈਂਟ ਨੂੰ ਜਾਂ ਜਰਨਲਿਸਟ ਨੂੰ ਉਸ ਟਾਈਮ ਤੇ ਐਂਟੀ ਨੈਸ਼ਨਲ ਕਹਿਣਾ ਜਾਂ ਉਸ ਕਮੈਂਟ ਨੂੰ ਐਂਟੀ ਨੈਸ਼ਨਲ ਕਹਿਣਾ ਕਿੰਨਾ ਸਹੀ ਆ? ਨਾਇਡੂ ਸਾਹਿਬ ਜਦੋਂ ਇੱਕ ਇੰਟਰਵਿਊ ਵਿੱਚ ਬਹਿ ਕੇ ਜਰਨਲਿਸਟ ਜਾਂ ਮੀਡੀਆ ਨੂੰ ਕਿਤੇ ਨਾ ਕਿਤੇ ਹਿਦਾਇਤ ਦਿੰਦੇ ਆ ਕਿ ਆਰਟਿਸਟ ਵਾਸਤੇ ਤੇ ਸਰਹੱਦ ਨਹੀਂ ਹੁੰਦੀ, ਪਰ ਕਿਤੇ ਨਾ ਕਿਤੇ ਦੇਸ਼ਾਂ ਦੀਆਂ ਜਾਂ ਕੰਟਰੀ ਦੀਆਂ ਸਰਹੱਦ ਹੁੰਦੀਆਂ ਨੇ। ਉਦੋਂ ਹਰਪ੍ਰੀਤ ਜੀ, ਮੈਂ ਉਸ ਦੇਸ਼ ਦੇ ਨਿਊਜ਼ ਮੀਡੀਆ ਆਵਾਜ਼ ਸੁਣ ਲਿਆ ਤਾਂ ਮੈਂ ਆਪਣੀ ਗੱਲ ਸ਼ੁਰੂ ਕਰ ਸਕਦਾ ਜੀ। ਹਾਂਜੀ ਸਬਦੀਪ ਜੀ, ਮੈਂ ਦੇਖੋ ਪਾਕਿਸਤਾਨ ਦੇ ਅਖਬਾਰ ਡੌਨ ਨੇ ਪਾਕਿਸਤਾਨ ਦੀ ਜਿਹੜੀ ਸਿਕਿਉਰਿਟੀ ਦੀ ਨੀਤੀ ਆ ਉਹਦੇ ਬਾਰੇ ਕੁਝ ਸਵਾਲ ਉਠਾਏ। ਪਾਕਿਸਤਾਨ ਦੇ ਵਿੱਚ ਉਹਦੇ ਖਿਲਾਫ ਇੱਕ ਆਵਾਜ਼ ਬੁਲੰਦ ਕੀਤੀ ਗਈ ਤੇ ਡੌਨ ਨੇ ਐਲਾਨੀਆ ਤੌਰ ਤੇ ਉੱਤੇ ਕਿਹਾ ਕਿ ਅਸੀਂ ਜਿਹੜੀ ਰਿਪੋਰਟ ਪੇਸ਼ ਕੀਤੀ ਆ, ਅਸੀਂ ਉਸ ਰਿਪੋਰਟ ਦੇ ਉੱਤੇ ਖੜੇ ਆ। ਜਿਹੜੀ ਸੱਤਾਧਾਰੀ ਲੋਕ ਸਾਡੀ ਰਿਪੋਰਟ ਦੇ ਆਧਾਰ ਦੇ ਉੱਤੇ ਸਾਨੂੰ ਖਲਨਾਇਕ ਬਣਾਉਣਾ ਚਾਹੁੰਦੇ ਆ, ਅਸੀਂ ਉਹਨਾਂ ਦੇ ਨਾਲ ਐਗਰੀ ਨਹੀਂ ਕਰਦੇ। ਭਾਰਤ ਦੇ ਵਿੱਚ ਇਹਦੇ ਐਨ ਉਲਟ ਇਹ ਗੱਲ ਵਾਪਰ ਜਾਂਦੀ ਹੈ ਕਿ ਭਾਰਤ ਦੇ ਵਿੱਚ NDTV ਜਿਹੜਾ ਦੇਸ਼ ਦੇ ਵਿੱਚ ਲਗਭਗ ਉਦਾਰਵਾਦੀ ਮੰਨਿਆ ਜਾਂਦਾ, ਜਿਹੜਾ ਹਿੰਦੂਤਵ ਦੀ ਰਾਜਨੀਤੀ ਦੇ ਖਿਲਾਫ ਮੰਨਿਆ ਜਾਂਦਾ, ਉਹ ਵੀ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਦੀ ਇੱਕ ਇੰਟਰਵਿਊ ਕਰਦਾ ਪੀ ਚਿਦੰਬਰਮ ਸਾਹਿਬ ਦੀ, ਔਰ ਉਸ ਇੰਟਰਵਿਊ ਨੂੰ ਇਸ ਨਾਂ ਦੇ ਉੱਤੇ ਰੋਕ ਦਿੱਤਾ ਜਾਂਦਾ ਕਿਉਂਕਿ ਇਹਦੇ ਵਿੱਚ ਦੇਸ਼ ਦੀ ਸਿਕਿਉਰਿਟੀ ਨਾਲ ਜੁੜੇ ਹੋਏ ਸਵਾਲ ਨੇ। ਜੇ ਭਾਰਤ ਦਾ ਰੱਖਿਆ ਮੰਤਰੀ ਪਰਿਕਰ ਇਸ ਕਿਸਮ ਦਾ ਝੂਠ ਬੋਲੇ ਕਿ ਪਹਿਲਾਂ ਕਦੇ ਸਰਜੀਕਲ ਸਟ੍ਰਾਈਕ ਨਹੀਂ ਹੋਈ, ਉਹਦੇ ਨਾਲ ਦੇਸ਼ ਦੀ ਸਿਕਿਉਰਿਟੀ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਜੇ ਦੇਸ਼ ਦਾ ਸਾਬਕਾ ਗ੍ਰਹਿ ਮੰਤਰੀ, ਦੇਸ਼ ਦਾ ਸਾਬਕਾ ਵਿੱਤ ਮੰਤਰੀ, ਜਿਹੜਾ ਕਾਂਗਰਸ ਦੇ ਵੇਲੇ ਇੱਕ ਸੀਨੀਅਰ ਨੇਤਾ ਦੇ ਤੌਰ ਤੇ ਵਿਚਰਦਾ ਰਿਹਾ, ਜੇ ਉਹ ਇਹ ਕਹਿਣ ਲਈ ਆ ਜਾਵੇ ਕਿ ਸਰਜੀਕਲ ਸਟ੍ਰਾਈਕ ਪਹਿਲਾਂ ਵੀ ਹੋਈਆਂ ਨੇ, ਭਾਰਤ ਨੇ ਪਹਿਲਾਂ ਵੀ ਕੀਤੀਆਂ ਨੇ, ਸਿਰਫ ਇੱਕੋ ਕੰਮ ਕੀਤਾ ਕਿ ਅਸੀਂ ਉਹਦਾ ਲਾਹਾ ਲੈਣ ਦਾ ਯਤਨ ਨਹੀਂ ਕੀਤਾ, ਤੇ ਹੁਣ ਜਿਹੜੇ ਲੋਕ ਲਾਹਾ ਲੈਣ ਦਾ ਯਤਨ ਕਰਦੇ ਨੇ ਉਹ ਗਲਤ ਨੇ, ਤਾਂ ਉਹ ਇੰਟਰਵਿਊ ਜਿਹੜੀ ਆ ਉਹ ਟੈਲੀਕਾਸਟ ਕਾਰਨ ਤੋਂ ਰੋਕ ਦਿੱਤੀ ਜਾਵੇ। ਤਾਂ ਇਹਦੇ ਤੋਂ ਪਤਾ ਲੱਗ ਜਾਂਦਾ ਕਿ ਸਾਡੇ ਦੇਸ਼ ਦੇ ਵਿੱਚ ਪਾਕਿਸਤਾਨ ਨਾਲੋਂ ਵੀ ਬੁਰੇ ਹਾਲਾਤ ਬਣ ਚੁੱਕੇ ਨੇ ਜਰਨਲਿਸਟਾਂ ਦੇ ਲਈ, ਪਾਕਿਸਤਾਨ ਨਾਲੋਂ ਵੀ ਬੁਰੇ ਹਾਲਾਤ ਬਣ ਚੁੱਕੇ ਨੇ ਮੀਡੀਆ ਦੇ ਲਈ। ਇਹਦਾ ਅਰਥ ਇਹ ਨਿਕਲਿਆ ਕਿ ਜਦੋਂ ਅਸੀਂ ਇਹ ਸਵਾਲ ਕਰਦੇ ਹਾਂ ਕਿ ਤੁਸੀਂ ਜੇ ਫਲਾਨੀ ਗੱਲ ਕਹਿਣੀ ਆ ਤਾਂ ਤੁਸੀਂ ਪਾਕਿਸਤਾਨ ਦੇ ਵਿੱਚ ਕਹਿ ਕੇ ਵੇਖੋ, ਇੰਡੀਆ ਦੇ ਵਿੱਚ ਤੁਹਾਨੂੰ ਬੜੀ ਆਜ਼ਾਦੀ ਮਿਲੀ ਹੋਈ ਆ। ਜੇ NDTV ਵਰਗੇ ਚੈਨਲ ਵੀ ਇਸ ਗੱਲ ਦੇ ਉੱਤੇ ਦਬਾਅ ਦੇ ਵਿੱਚ ਆ ਜਾਂਦੇ ਨੇ ਕਿ ਦੇਸ਼ ਦੀ ਸਿਕਿਉਰਿਟੀ ਦੇ ਨਾਂ ਦੇ ਉੱਤੇ ਦੇਸ਼ ਦੇ ਸੀਨੀਅਰ ਨੇਤਾ ਦੀ ਇੰਟਰਵਿਊ ਟੈਲੀਕਾਸਟ ਨਹੀਂ ਹੋ ਸਕਦੀ, ਤਾਂ ਅਸੀਂ ਸਮਝ ਜਾਈਏ ਕਿ ਦੇਸ਼ ਦਰਅਸਲ ਕਿਸ ਖਤਰੇ ਦੇ ਮੋੜ ਉੱਤੇ ਜਾ ਪਹੁੰਚਿਆ। ਜੇ ਅਸੀਂ ਅੱਜ ਖਤਰਾ ਫੀਲ ਨਹੀਂ ਕਰਦੇ, RSS ਦੇ ਖਤਰੇ ਨੂੰ ਫੀਲ ਨਹੀਂ ਕਰਦੇ, ਤਾਂ ਅਸੀਂ ਫਿਰ ਇਸ ਗੱਲ ਦਾ ਇੰਤਜ਼ਾਰ ਕਰੀਏ ਕਿ ਅਸੀਂ ਉਸ ਫਾਸ਼ੀਵਾਦ ਦੀ ਜਿਹੜੀ ਇੰਤਜ਼ਾਰ ਲੋਕੀ ਕਹਿੰਦੇ ਨੇ ਕਾਗਜ਼ਾਂ ਦੇ ਵਿੱਚ, ਉਹਦਾ ਅਸੀਂ ਜ਼ਮੀਨ ਦੇ ਉੱਤੇ ਤਮਾਸ਼ਾ ਦੇਖਣਾ ਪਸੰਦ ਕਰਾਂਗੇ ਕਿ ਉਹਨੂੰ ਰੋਕਣ ਦੇ ਲਈ ਯਤਨ ਕਰਾਂਗੇ। ਕੈਨੇਡਾ ਦੇ ਵਿੱਚ ਉੱਜਲ ਦਸਾਂਝ ਇੱਕ ਪੰਜਾਬੀ ਪੋਲੀਟੀਸ਼ੀਅਨ ਨੇ ਬਹੁਤ ਅੱਛੇ, ਉਹਨਾਂ ਨੇ ਕਰਨ ਜੌਹਰ ਦੇ ਨਾਂ ਇੱਕ ਖੁੱਲਾ ਖੱਤ ਲਿਖਿਆ, ਜਿਸ ਖੱਤ ਦੇ ਵਿੱਚ ਉਹਨਾਂ ਨੇ ਇੱਕ ਕਵਿਤਾ ਵੀ ਕੋਟ ਕੀਤੀ ਆ, ਜਿਹਦੇ ਵਿੱਚ ਉਹਦੇ ਵਿੱਚ ਇਹ ਕਿਹਾ ਗਿਆ ਕਿ ਅਸੀਂ ਸਮਾਜਵਾਦੀਆਂ ਲਈ ਆਏ ਤੇ ਮੈਂ ਚੁੱਪ ਰਿਹਾ ਕਿਉਂਕਿ ਮੈਂ ਸਮਾਜਵਾਦੀ ਨਹੀਂ ਸੀ। ਜਦੋਂ ਉਹ ਟ੍ਰੇਡ ਯੂਨੀਅਨਾਂ ਲਈ ਆਏ ਉਦੋਂ ਵੀ ਮੈਂ ਚੁੱਪ ਰਿਹਾ ਕਿਉਂਕਿ ਮੈਂ ਟ੍ਰੇਡ ਯੂਨੀਅਨਿਸਟ ਨਹੀਂ ਸੀ। ਜਦੋਂ ਉਹ ਅਸਾਈਆਂ ਲਈ ਆਏ ਮੈਂ ਉਦੋਂ ਵੀ ਚੁੱਪ ਰਿਹਾ ਕਿਉਂਕਿ ਮੈਂ ਅਸਾਈ ਨਹੀਂ ਸੀ। ਤੇ ਹੁਣ ਉਹ ਮੇਰੇ ਲਈ ਆ ਗਏ ਨੇ ਤੇ ਮੇਰੇ ਹੱਕ ਦੇ ਵਿੱਚ ਬੋਲਣ ਵਾਲਾ ਕੋਈ ਨਹੀਂ। ਇਹ ਪੋਜੀਸ਼ਨ ਬਣਨ ਤੋਂ ਪਹਿਲਾਂ ਸਾਨੂੰ ਬੋਲਣਾ ਪਵੇਗਾ। ਬੇਸ਼ੱਕ ਬੋਲਣਾ ਇਸ ਦੇਸ਼ ਦੇ ਵਿੱਚ ਕਾਫੀ ਮਹਿੰਗਾ ਬਣਦਾ ਜਾ ਰਿਹਾ।
ਜੋ ਨਾਇਡੂ ਸਾਹਿਬ ਦੇ ਬਿਆਨ ਨੇ, ਮੈਂ ਉਹਨਾਂ ਦਾ ਬਿਆਨ ਕਿਤੇ ਗਲਤ ਨਹੀਂ ਕਹੂੰਗਾ, ਕਿਉਂਕਿ ਉਹ ਮਾਨਸਿਕਤਾ ਕੱਲੇ ਨਾਇਡੂ ਸਾਹਿਬ ਦੀ ਨਹੀਂ ਹੈ, ਸਾਡੇ ਸਾਰਿਆਂ ਦੀ ਆ। ਕੈਨੇਡਾ 'ਚ ਬੈਠੇ ਪੰਜਾਬੀਆਂ ਦੀ ਵੀ ਆ, ਕਿਤੇ ਨਾ ਕਿਤੇ ਹਰ ਬੰਦੇ ਦੀ ਆ, ਜੋ ਕਿ ਆਪਣੇ ਪੱਖ ਵਿੱਚ ਮੀਡੀਆ ਨੂੰ ਕੰਟਰੋਲ ਕਰਨਾ ਚਾਹੁੰਦਾ ਹੈ। ਜੇ ਮੀਡੀਆ ਕੋਈ ਇਦਾਂ ਦੀ ਗੱਲ ਕਰਦਾ ਜੋ ਤੁਹਾਨੂੰ ਚੰਗੀ ਨਹੀਂ ਲੱਗਦੀ, ਤਾਂ ਉਸ ਮੀਡੀਆ ਉੱਤੇ ਸਵਾਲ ਉਠਾਏ ਜਾਂਦੇ ਆ। ਨਾਇਡੂ ਸਾਹਿਬ ਕੱਲੇ ਨੂੰ ਸਾਡਾ ਇਹ ਕਮੈਂਟ ਜਾਂ ਸਾਡਾ ਇਹ ਸਵਾਲ ਕਰਨਾ ਸ਼ਾਇਦ ਗਲਤ ਆ। ਭਾਵੇਂ ਬੀਜੇਪੀ ਦੀ ਇੱਕ ਆਪਣੀ ਰਣਨੀਤੀ ਹੋਵੇ ਦੇਸ਼ ਭਗਤੀ ਦੀ, ਉਹਦੇ ਨਾਂ ਤੇ ਵੋਟ ਬੈਂਕ ਨਾਲ ਬੀਜੇਪੀ ਜਿੱਤੀ ਹੋਵੇ, ਉਸ ਚੀਜ਼ ਨੂੰ ਉਹ ਕੰਟੀਨਿਊ ਰੱਖਣੀ ਚਾਹੁੰਦੀ ਹੋਵੇ, ਪਰ ਜਦੋਂ ਮੈਂ ਕੈਨੇਡਾ 'ਚ ਬੈਠੇ ਪੰਜਾਬੀਆਂ ਨਾਲ ਵੀ ਮਿਲਾ ਕੇ ਵੇਖਦਾ ਵਾਂ, ਸਾਡੇ ਉੱਤੇ ਵੀ ਕਈ ਸਵਾਲ ਉਠਾਏ ਜਾਂਦੇ ਨੇ, ਤੇ ਉਸ ਚੀਜ਼ ਨਾਲ ਜਦੋਂ ਦੋਵਾਂ ਚੀਜ਼ਾਂ ਨੂੰ ਮਿਲਾ ਕੇ ਵੇਖਦਾ ਤਾਂ ਮੈਨੂੰ ਲੱਗਦਾ ਕਿ ਨਾਇਡੂ ਸਾਹਿਬ ਸ਼ਾਇਦ ਗਲਤ ਨਹੀਂ ਆ। ਦਿਲਰਾਜ ਜੀ। बिल्कुल हरप्रीत जी, सारिया चीज़ा मिलाइए तो किते ना किते मैनू भी लगता गलत नहीं है, पर भी सिर्फ मैं पहले भी कहा सगा, सिर्फ पाकिस्तान ते इंडिया के तनाव नूं लैके जे आपां इदां मूवियां बैन करन लग पे या जिहड़े लोग इत्थे काम करन आंदे आ वो बैन करन लग पे, तो मैं समझदा फिर तरक्की नहीं हो सकती। ये तो सिर्फ लाइमलाइट में रहते हैं तां बैन होंगे है। इस तो अलावा साडे कई बड़े बड़े ब्यूरोक्रेट्स, कई बड़े बड़े पॉलिटिशियन साडे भी ते उधरली साइड दे भी वो आपस दे विच इंडिया नाल इन्ना क ज़्यादा बिजनेस करते हैं, उस बिजनेसां नूं या वो जिहड़ा पैसा कमाते पे उहदे ते कभी भी कोई मनाही नहीं करता, पर इदां भी किसी भी चीज़ से मनाही करना मैनूं किसी भी तरह जस्टिफाई नहीं लगता। जे उत्थे के कलाकार इत्थे आंदे हैं, बॉलीवुड बहुत वड्डी इंडस्ट्री बन चुकी है, अपना रोजी रोटी कमान आते हैं, तो इदां दी एक्टिविटियां करके चाहे MNS हो, चाहे कोई होर पोलीटिकल पार्टी हो, वो किसी भी तरह नाल जायज़ नहीं है। आई थिंक एक कॉल काफी टाइम तो हैंग या नाल जे मैं चेक करना चाहना जे कॉलर नाल जुड़े हुए ने, आज कॉलां काफी आया सी, माफी चाहते हैं, लै नहीं पाए। लास्ट 4 नंबर ने जी 6855। हाँ जी, हैप्पी भाई, सत श्री अकाल जी। सत श्री अकाल जी सर। हाँ जी सर, की कहना चाहोगे? मैं ਤੁਹਾਨੂੰ ਬੇਨਤੀ ਕਰਨੀ ਹੈ, ਇੱਕ ਅੱਗੇ ਵੀ ਕੀਤੀ ਹੈਗੀ ਹੈ, ਤੁਸੀਂ ਪਤਾ ਕੀ ਹੈ, ਜੇ ਕਿਸੇ ਲੀਡਰ ਨੂੰ ਇੰਡੀਆ ਤੋਂ ਲੈ ਕੇ ਆਉਂਦੇ ਆ ਉਹਦੇ ਤਾਂ 10 ਮਿੰਟ ਲਾਓ, 10 ਮਿੰਟ ਆਪਣੇ ਵਿਚਾਰ ਦਿਓ, 10 ਮਿੰਟ ਲੋਕਾਂ ਦੀ ਗੱਲ ਸੁਣੋ। ਤੁਸੀਂ ਪਤਾ ਕੀ ਹੈਗਾ, ਤੁਹਾਡੇ ਚੈਨਲ ਦੀ ਇਹੀ ਘਟੀਆ ਹੈਗੀ ਹੈ ਟੈਕਨੀਕ, ਤੁਸੀਂ ਜਿਹਨੂੰ ਲੈ ਕੇ ਆਉਂਦੇ ਆ ਉਹਦਾ ਅੱਧਾ ਘੰਟਾ ਉਹਦਾ ਖਰਾਬ ਕਰਦੇ ਆ। ਤੁਸੀਂ ਉਹਦੇ 10 ਮਿੰਟ ਲਾਓ, 10 ਮਿੰਟ ਸਾਡੇ ਰਿਪੋਰਟਰ ਜਿੱਦਾਂ ਆਪਣੇ ਮਹਾਲੀ ਤੋਂ ਮੁੰਡਾ ਜੁੜਿਆ ਹੋਇਆ, CP ਸਿੰਘ ਜੁੜਿਆ ਹੋਇਆ, ਹੋਰ ਜੁੜਿਆ ਹੋਇਆ, ਕੈਲਗਰੀ ਤੋਂ ਹੈਗੇ ਆ, ਉਹਨਾਂ ਦੀ ਵੀ ਸਲਾਹ ਲਓ, ਆਮ ਲੋਕਾਂ ਦੀ ਵੀ ਗੱਲ ਕਰੋ, ਜਿੱਦਾਂ ਗਲੋਬਲ ਪੰਜਾਬ ਤੇ ਹੈ ਜਾਂ ਪੰਜਾਬੀ ਤੇ ਹੈ। ਤੁਹਾਡਾ ਇੰਨਾ ਬੇਵਕੂਫ ਚੈਨਲ ਹੈ, ਤੁਸੀਂ ਆਪਸ ਵਿੱਚ ਆਰਗੂਮੈਂਟ ਕਰੀ ਜਾਂਦੇ ਆ, ਤੁਸੀਂ ਲੋਕਾਂ ਦੀ ਤਾਂ ਗੱਲ ਸੁਣਦੇ ਨਹੀਂ ਹੈਗੀ, ਜਿਹੜੀ ਪੰਜਾਬ ਨੂੰ ਲੋੜ ਅੱਜ ਉਹਦੇ ਬਾਰੇ ਅਸੀਂ ਇਕੱਲੇ ਲਿਖੇ ਆ। ਸਰ ਅਸੀਂ ਤੁਹਾਡੀ ਸਲਾਹ ਮੰਨੀ ਨਹੀਂ ਹੈਗੀ ਸਰ। ਦਿਲਰਾਜ ਜੀ ਲੈਟ ਹਿਮ ਟਾਕ। ਹਾਂਜੀ ਸਰ, ਹੋਰ ਕੀ ਕਹਿਣਾ ਚਾਹੋਗੇ? ਬਿਲਕੁਲ ਬੇਕਾਰ ਚੈਨਲ ਹੈ ਤੁਸੀਂ, ਮੈਂ ਕਹਿੰਦਾ ਘਟੀਆ, ਥੋੜੇ ਤੁਸੀਂ ਸਾਰੇ ਘਟੀਆ ਲੋਕ ਹੈ। ਤੁਸੀਂ ਰੋਜ਼ ਦੇਖਦੇ ਹੋ ਦਿਲਰਾਜ ਜੀ ਤੁਹਾਨੂੰ ਆਨਸਰ ਦੇਣ ਦੀ ਕੀ ਲੋੜ ਪਈ ਆ? ਆਪਣੇ ਉਹਦੇ ਵਿੱਚ ਜੇ ਤੁਸੀਂ ਆਮ ਆਦਮੀ ਪਾਰਟੀ ਉਹਦੇ ਨਾਲ ਹੀ ਘੰਟਾ ਖਰਾਬ ਕਰ ਦਿੰਦੇ ਆ, ਹਰ ਰੋਜ਼ ਤੁਹਾਡਾ ਇਹੀ ਕੰਮ ਹੈਗਾ। ਹੋਰ ਕੁਝ ਕਹਿਣਾ ਚਾਹੋਗੇ ਸਰ? ਹੋਰ ਕੁਝ ਕਹਿਣਾ ਚਾਹੋਗੇ? आई थिंक कॉल रख गए ने। मैं जो हुण थोड़ी चिर पहला गल कर रहे थे नायडू साहब दी कि एक मिनिस्टर अपने कंट्री विच चल रहे मीडिया नूं एडवाइस करदा वा कि तुसीं किद्दां चलना वा। मैं तुहानूं एग्जांपल थोड़ी चिर पहला दिता सी, कनेडा च रहण वाले पंजाबी किद्दां सानूं कंट्रोल करना चाहते आ, तुसीं लाइव एग्जांपल देखिया होने। आ हालत आ, जे मीडिया अपने हिसाब नाल नॉन बायस तरीके नाल चलना चाहुंदा वा, तुसीं लोग सानू इन्ने सवाल उठाउंदे जो मैं आई मीन मेरे को कमेंट नहीं हैगे। इदां दी भद्दी शब्दावली जो कॉलर ने इस्तेमाल कीती आ, सिर्फ क्योंकि किते ना किते कोई पॉलिटिकल पार्टी नाल राबता रखते ने, अखां ते पट्टियां बन के उस पॉलिटिकल पार्टी ते विश्वास करते हैं, ते असीं सवाल पुछदे आ। ग्लोबल पंजाब नाल साडे प्रोग्राम दा कंपैरिजन तुसीं बिल्कुल नहीं कर सकते। ग्लोबल पंजाब च आउण वाले कवर संधू नूं असीं 1000 वारी प्रोग्राम ते बुलाया वा। मैं तुहानूं सीधा सही गल करां ते कवर संधू साहब साडे प्रोग्राम तो आउण तो किते ना किते डरदे आ। जे तुहानूं साडा प्रोग्राम इन्ना घटिया लगदा या तुहानूं साडे गल्लां इन्नियां बेकार लगदे आ ते तुसीं प्लीज साडे प्रोग्राम ना सुनिया करो। पर हां, जे नायडू मीडिया च कंट्रोल इंडिया च करना चाहुंदा है या प्रकाश सिंह बादल ने PTC ते कंट्रोल कीता होया, तुसीं भी ओही चाहुंदे जो। दिलराज जी प्लीज इफ यू वांट टू कमेंट नाउ गो अहेड। जी
मैं बड़ी बार रिक्वेस्ट कर चुका, मैनूं लगदा शेर सिंह जी दे फोन तेगा तकरीबन रोज साडा शो सुनते ने, रोज कॉल भी करते ने, कुछ ना कुछ क्वालिटी दा होएगी जेड़ा रोज शो सुनते ने ते इह भी नाल कहंदे ने कि बहुत वधिया शो नहीं हैगा। ਜਿਹੜੀ लैंग्वेज यूज करते हैं, मैं एक बार फिर एक स्ट्रोंग मैसेज देना पिया वा कि ਚੱਕ ਦੇ ਟੀਵੀ ਤੇ ਚੱਕ ਦੇ ਟੀਵੀ ਦੀ ਟੀਮ ਹਮੇਸ਼ਾ ਅਨਬਾਇਸਡ ਰਿਪੋਰਟਿੰਗ ਕਰੇਗੀ, ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ। ਜੇ ਕੋਈ ਇਹ ਕਹੇ ਕਿ ਅਸੀਂ ਕੰਟਰੋਲ ਕਰਾਂਗੇ ਚੱਕ ਦੇ ਟੀਵੀ ਨੂੰ ਜਾਂ ਚੱਕ ਦੇ ਟੀਵੀ ਟੀਮ ਨੂੰ ਕਿ ਇਹ ਕੁਐਸਚਨ ਪੁੱਛਣੇ ਆ, ਇਹ ਕੁਐਸਚਨ ਪੁੱਛਣੇ ਆ, ਫਾਰਮੈਟ ਇਦਾਂ ਹੋਏਗਾ, ਉਹ ਕੋਈ ਨਾ ਕਰ ਸਕਿਆ, ਨਾ ਕਰ ਸਕੇਗਾ ਤੇ ਨਾ ਹੀ ਅੱਜ ਦੀ ਡੇਟ ਵਿੱਚ ਕਰ ਸਕਦਾ ਵਾ। ਸਿੱਧਾ ਸਿੱਧਾ ਸਿੰਪਲ ਮੈਸੇਜ ਸਾਰੇ ਜਿਹੜੇ ਵੀ ਉਹ ਆਮ ਆਦਮੀ ਪਾਰਟੀ ਦੇ ਭਗਤ ਹੈ, ਚਾਹੇ ਕਾਂਗਰਸ ਦੇ ਭਗਤ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਭਗਤ ਹੈ, ਉਹਨਾਂ ਨੂੰ ਸਿੱਧਾ ਸਪਸ਼ਟ ਮੈਸੇਜ ਹੈ ਕਿ ਅਸੀਂ ਜਿੱਦਾਂ ਦਾ ਸਾਡਾ ਫਾਰਮੈਟ ਹੈ, ਜਿਹੜੀ ਅਨਬਾਇਸਡ ਰਿਪੋਰਟਿੰਗ ਚੱਕ ਦੇ ਟੀਵੀ ਦੀ ਟੀਮ ਕਰਦੀ ਹੈ, ਜਿਹੜੇ ਕੁਐਸਚਨ ਜਿਹੜੇ ਲੀਡਰ ਨੂੰ ਜਿੱਦਾਂ ਪੁੱਛੇ ਜਾਂਦੇ ਨੇ ਉੱਦਾਂ ਹੀ ਅੱਗੇ ਵੀ ਪੁੱਛੇ ਜਾਣਗੇ। ਕੋਈ ਵੀ ਚਾਹੇ ਏਦਾਂ ਦੇ 10,000 ਫੋਨ ਵੀ ਕਿਉਂ ਨਾ ਆ ਜਾਣ, ਕੁਐਸਚਨ ਉਦਾਂ ਹੀ ਸਟਰੋਂਗ ਪੁੱਛੇ ਜਾਣਗੇ, ਜਿਹੜਾ ਜਸਟੀਫਾਈਡ ਕੁਐਸਚਨ ਹੈ, ਜਿਹੜੀ ਚੀਜ਼ ਸਾਡੀ ਰਿਸਪੌਂਸਿਬਿਲਿਟੀ ਹੈ ਬੀਇੰਗ ਅ ਜਰਨਲਿਸਟ, ਬੀਇੰਗ ਅ ਰਿਸਪੌਂਸਿਬਲ ਚੈਨਲ, ਅਨਬਾਇਸਡ ਤਰੀਕੇ ਨਾਲ ਰਿਪੋਰਟਿੰਗ ਕਰਨਾ, ਉਹ ਉਦਾਂ ਦੀ ਉਦਾਂ ਹੀ ਰਹੇਗੀ। ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ, ਲਾਸਟ 4 ਨੰਬਰ ਨੇ 8308। ਹਾਂਜੀ ਸਰ, ਤੁਹਾਡੀ ਆਵਾਜ਼ ਬਿਲਕੁਲ ਸਹੀ ਆ ਰਹੀ ਹੈ। ਹਾਂਜੀ ਸਰ, ਆਪਣੀ ਗੱਲ ਕਹਿ ਸਕਦੇ ਜੋ। बहुत अच्छी गल। पहली गल तो सत्कारयोग जेडे होस्ट कह लो या मेन टॉक शो में हिस्सा लैन वाले या सवाल करने वाले, तो असी तुहानू सुनते बड़े आराम नाल, लेकिन कुछ गल्लां वो ने जिहड़ियां पोलीटिकली भी समझ पूरे स्टैंडर्ड ते नहीं उतर रही है। जरा ध्यान ना सुन लेना, मेरी गल का गुस्सा ना करना। 52 साल नरोल कांग्रेस ने इंडिया के उपर हुकूमत की, जब भी कोई पार्लीमेंट की इलैक्शन हो हटती थी या किसी असैम्बली की इलैक्शन जी हो हटती थी, गवर्नमेंट बनती थी, तो स्टेज तो असी पहला गल ये सुनते थे कि पीने वाले पानी का इंतजाम असी करांगे। हुण इत्थे सवाल ये पैदा होंदा है भी की अज तक पीने वाले पानी का बंदोबस्त सारे सूबे दे विच हो गया, बल्कि जिहदे विच बहुता पानी सी वो पानी भी थल्ले चले गया पंजाब का, और उत्थे भी पीण योग रहा नहीं। सवाल तो ये करना है, जे तुसीं BBC नूं सुनो, रेडियो सॉरी डॉटी वैली नूं सुनो, या अपने अमेरिका का की है बड़ा समझो CNN, यस इहनूं सुनो, तो ਉਹਦਾ ਮੁਕਾਬਲਾ करके देखो। तुसीं आम आदमी पार्टी ते अज ਇਹੋ ਜਿਹੇ सवाल मैं डॉक्टर साहब ਨੂੰ ਜਿਹੜੇ ਤੁਸੀਂ ਕਰ ਰਹੇ ਸੀ ਸੁਣਿਆ ਸਾਂ, ਮੈਂ ਸਮਝਦਾ ਕਿ ਜਿਹੜੀ ਟੀਮ ਅਜੇ ਆਈ ਨਹੀਂ ਫੀਲਡ ਦੇ ਵਿੱਚ, ਤੇ ਤੁਸੀਂ ਉਹਦੇ ਸਵਾਲ ਕਰੋ ਤੇ ਕਿੰਨੇ ਗੋਲ ਕੀਤੇ ਸੀ, ਇਹ ਮੈਨੂੰ ਨਹੀਂ ਇਹ ਗੱਲ ਕੁਝ ਜਤੀ ਨਹੀਂ। ਮੈਨੂੰ ਵੀ ਬੜਾ ਲੰਬਾ ਸਮਾਂ ਇਹ ਪੋਲੀਟਿਕਸ ਵਿੱਚ ਹੋ ਗਿਆ, ਲੇਕਿਨ ਪੋਲੀਟਿਕਸ ਨੂੰ ਜਿਹੜੇ ਲੋਕ ਗਮਰਾਹ ਕਰਦੇ ਆ ਕਿ ਉਹ ਕੀ ਸਨ ਟਰੱਕਾਂ ਦੇ ਟਰੱਕ ਜਿਹੜੇ ਆ ਪੰਜਾਬ ਵਿੱਚ ਨੋਟਾਂ ਦੇ ਆ ਗਏ, कि मोदी साहब ने 15 लाख रुपए हर परिवार को जो देने से की पहुंच गए, कि गरीबी दूर होगी। जो इंदिरा गांधी ने कहा गरीबी दूर कर दे, कितने गई गरीबी? गरीबी अज थोड़े सामने ही है, तुम बेहतर जानते हो, तुम भी किताबें पढ़ते हो, एडिटोरियल पढ़ते हो, आर्टिकल पढ़ते हो। बड़े बड़े फिलासफर जोड़े है उन्होंने जे असी समझो उन्होंने निचोड़ करिए, मेरे कहने का मतलब जे तुहाडे चैनल के उपर ਐਨ ਉਹੀ ਜੀ ਗੱਲ ਕੀਤੀ ਜਾਵੇ ਜਿਵੇਂ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਡਾਕਟਰ ਸਾਹਿਬ ਨਾਲ ਗੱਲ ਕਰ ਰਹੇ ਸੀ, ਕੀ ਤੁਸੀਂ ਇਹ ਸਵਾਲ ਕੀਤਾ ਬਈ ਕੇਜਰੀਵਾਲ ਸਾਹਿਬ ਨੇ ਕਿੰਨੇ ਬੱਸ ਰੂਟ ਹੈ, ਕੇਜਰੀਵਾਲ ਸਾਹਿਬ ਨੇ ਕਿੰਨੇ ਨਿਓ ਪੱਥਰ ਰੱਖੇ, ਕੇਜਰੀਵਾਲ ਸਾਹਿਬ ਦੀ ਕਿੰਨੀ ਜ਼ਮੀਨ ਹੈ, ਕੇਜਰੀਵਾਲ ਸਾਹਿਬ ਨੇ ਪਾਣੀ ਵਾਲੀ ਬੱਸਾਂ ਕਿੰਨੀਆਂ ਚਲਾਈਆਂ? ਜਾਂ ਕੇਜਰੀਵਾਲ ਅਜੇ ਤਾਂ ਉਹ ਆਏ ਹੀ ਨਹੀਂ। ਅਜੇ ਤਾਂ ਸਵਾਲ ਹੈ ਜੇ ਆਪਾਂ ਦਿੱਲੀ ਔਰ ਇਹ ਥੋੜੇ ਕੁਝ ਸਵਾਲ ਬੜੇ ਢੁਕਵੇਂ ਸਨ, ਜਿਵੇਂ 25 ਲੱਖ ਨੌਕਰੀਆਂ ਇਹ ਨਹੀਂ ਦਿੱਤੀਆਂ ਜਾ ਸਕਦੀਆਂ, ਕਰਜ਼ੇ ਮਾਫ ਨਹੀਂ ਕੀਤੇ ਜਾ ਸਕਦੇ। ਜਿਹੜੇ ਲੋਕ ਜਾਣ ਬੁੱਝ ਕੇ ਕਰਜ਼ਾ ਨਹੀਂ ਮੋੜ ਰਹੇ, ਸਵਾਲ ਤਾਂ ਉਹਨਾਂ ਤੋਂ ਉਗਰਾਉਣ ਦਾ। ਜਿਹੜਾ ਗਰੀਬ ਕਿਸਾਨ ਹੈ ਜਿਹਦੇ ਕੋਲ 2.5 ਕਿੱਲੇ ਪਈ ਹੈ, ਉਹ ਠੀਕ ਹੈ ਵੀ ਕਿਸੇ ਵਜ੍ਹਾ ਕਰਕੇ ਉਹਦੀ ਫਸਲ ਦਾ ਦੀ ਬਰਬਾਦੀ ਹੋਈ ਹੋਵੇ, ਉਹ ਨਹੀਂ ਦੇ ਸਕਦਾ, ਠੀਕ ਹੈ, ਉਹਨੂੰ ਦਿਓ। ਭੁੱਖੇ ਲੋੜਵੰਦ ਕੋਈ ਵੀ ਹੋਵੇ, ਇਹ ਨਹੀਂ ਕਿ ਫਲਾਨੀ ਜਾਤ ਨੂੰ ਦੇਣਾ ਨਾ, ਲੋੜਵੰਦ ਕੋਈ ਵੀ ਹੋਵੇ
ਔਰੰਗਜ਼ੇਬ ਦੀ ਔਲਾਦ ਜਿਹੜੀ ਹੈ ਕਿਸੇ ਟਾਈਮ ਸਾਰਾ ਦੇਖ ਲਓ ਕਿੱਦਾਂ ਅਸ਼ੋਕ ਜੀ ਦਾ ਸੀਗਾ ਬਈ ਉਹ ਅਫਗਾਨਿਸਤਾਨ ਤੋਂ ਲੈ ਕੇ ਬਰਮਾ ਤੱਕ ਅੱਜ ਉਹਦੀ ਔਲਾਦ ਰੇਡੀਓ ਲਈ ਫਿਰਦੀ ਹੈ। ਤਾਂ ਹੁਣ ਸਵਾਲ ਇਸ ਚੀਜ਼ ਦਾ ਮੈਂ ਤੁਹਾਨੂੰ ਬੇਨਤੀ ਇਹ ਕਰਨੀ ਚਾਹਾਂਗਾ ਕਿ ਸਵਾਲ ਥੋੜੇ ਰੱਖੋ ਇਹੋ ਜਿਹੇ ਜਿਹੜੇ ਕਿ ਮੇਰੇ ਕਹਿਣ ਦਾ ਮਤਲਬ ਲੋਕਾਂ ਨੂੰ ਜੱਜਦੇ ਹੋ ਤਾਂ ਕਿ ਅਸੀਂ ਤੁਹਾਡਾ ਪ੍ਰੋਗਰਾਮ ਇਸੇ ਤਰ੍ਹਾਂ ਹੀ ਉਤਸ਼ਾਹ ਨਾਲ ਸੁਣਦੇ ਰਹੀਏ ਔਰ ਤੁਸੀਂ ਚਲਿਏ ਸਵਾਲ ਪੁੱਛਦੇ ਰਹੋ ਅਸੀਂ ਤੁਹਾਡੇ ਸਰੋਤੇ ਬਣੀਏ। Thank you, sir. Thank you for your suggestion, sir. Appreciate it. ਅਜੀਤ ਜੀ, I think ਸਬਦੀਸ਼ ਜੀ ਦੀ ਸ਼ਾਇਦ ਲਾਈਨ ਕੱਟ ਚੁੱਕੀ ਆ। ਜੇ ਮੇਰੇ ਨਾਲ ਫੋਨ ਤੇ ਜੁੜੇ ਹੋਏ ਨੇ ਸਬਦੀਸ਼ ਜੀ ਜਾਂ ਰਜੀਤ ਜੀ ਕਮੈਂਟ ਕਰਨਾ ਚਾਹਣ। ਹਰਪ੍ਰੀਤ ਜੀ, ਜਿਹੜੇ ਤੁਸੀਂ ਉਹ ਗੱਲ ਕਰ ਰਹੇ ਹੋ ਨਾ ਨਾਇਡੂ ਜੀ ਦੇ ਬਿਆਨ ਦੇ ਬਾਰੇ ਜਾਂ ਆਪਣਾ ਉਹ ਜਿਹੜਾ ਸਾਰਾ ਹੀ ਉਹ ਇੱਕ ਖਿੱਚਾਤਾਣ ਚੱਲ ਰਹੀ ਹੈ ਕਿ ਕਿਹਨੂੰ ਇੱਥੇ ਕੰਮ ਕਰਨ ਦਿੱਤਾ ਜਾਵੇ ਜਾਂ ਪਾਕਿਸਤਾਨ ਕੀ ਕਰ ਰਿਹਾ। ਦੇਖੋ ਅਜੇ ਇੰਨੀ ਪਰਪੱਕਤਾ ਕਿਸੇ ਪਾਰਟੀ 'ਚ ਨਹੀਂ ਆਈ ਹੈਗੀ ਕਿਉਂਕਿ ਸਾਰੀਆਂ ਹੀ ਪਾਰਟੀਆਂ ਜਿਹੜੇ ਦੇਸ਼ ਦੇ ਹਿੱਤ ਦੇ ਨਾਲ ਔਰ ਫੋਰਨ ਪਾਲਿਸੀ ਦੇ ਮੁੱਦੇ ਨਾਲ ਜੁੜੇ ਹੋਏ ਇਸ਼ੂਜ਼ ਵੀ ਹੈਗੇ ਉਹਨਾਂ ਦੇ ਉੱਤੇ ਦਿਨ ਭਰ ਕੇ ਰਾਜਨੀਤੀ ਕਰਦੀਆਂ ਨੇ। ਉਹ ਜੇ ਦਿਨ ਭਰ ਕੇ ਜਦੋਂ ਰਾਜਨੀਤੀ ਕਰਦੀਆਂ ਨੇ ਤਾਂ ਉਹ ਦੂਸਰੇ ਮੁਲਕ ਨੂੰ ਇੱਕ ਇਹੋ ਜਿਹਾ ਮੈਸੇਜ ਵੀ ਜਾਂਦਾ ਹੈ ਕਿ ਜਿਹੜੀਆਂ ਗਵਰਨਮੈਂਟ ਦੀਆਂ ਪਾਲਿਸੀਜ਼ ਨੇ ਉਹ ਜਿਹੜੀਆਂ ਹੈਗੀਆਂ ਉਹਦੀ ਵਿਰੋਧਤਾ ਹੋ ਰਹੀ ਹੈ ਮੁਲਕ ਦੇ ਵਿੱਚ। ਤਾਂ ਇਸ ਚੀਜ਼ ਨੂੰ ਸੀਰੀਅਸਲੀ ਲੈਣ ਦੀ ਲੋੜ ਨਹੀਂ। ਗਵਰਨਮੈਂਟ ਜੇ ਕੋਈ ਪਾਲਿਸੀ ਫੋਰਨ ਪਾਲਿਸੀ ਚੱਲ ਰਹੀ ਹੈ ਜਾਂ ਕਿਸੇ ਗੁਆਂਢੀ ਮੁਲਕ ਬਾਰੇ ਕੋਈ ਆਪਣੀ ਪਾਲਿਸੀ ਇਖਤਿਆਰ ਕਰਦੀ ਹੈ ਉਹਨਾਂ ਨੂੰ ਇੱਕ ਮੈਸੇਜ ਜਾਂਦਾ ਹੈ ਕਿ ਇਹ ਪਾਰਟੀ ਇਸ ਆਪਣੀ ਪਾਲਿਸੀ ਨੂੰ ਅੰਦਰੂਨੀ ਵਿਰੋਧਤਾ ਕਰਕੇ ਜਾਰੀ ਨਹੀਂ ਰੱਖ ਸਕੇਗੀ। ਸੋ ਉਹਨਾਂ ਚੀਜ਼ਾਂ ਦਾ ਗਲਤ ਮੈਸੇਜ ਚਲੇ ਜਾਂਦਾ ਹੈ। ਜਿਹੜਾ ਆਪਾਂ ਉਹ ਕਹਿੰਦੇ ਆ ਕਿ ਗੱਲ ਚੱਲੀ ਸੀ ਡੌਨ ਦੀ, ਡੌਨ ਅਖਬਾਰ ਨੇ ਸਟੈਂਡ ਲਿਆ, ਸਟੈਂਡ ਜ਼ਰੂਰ ਲਿਆ, ਇੱਥੇ ਵੀ ਕਈ ਸਟੈਂਡ ਲੈਂਦੇ ਹੋਣਗੇ ਪਰ ਸਰਕਾਰ ਨੇ ਉੱਥੇ ਘੱਟ ਨਹੀਂ ਕੀਤੀ। ਉਹਨਾਂ ਨੇ ਉਸ ਪੱਤਰਕਾਰ ਨੂੰ ਬਾਹਰ ਤੋਂ ਜਾਣ ਤੋਂ ਰੋਕ ਦਿੱਤਾ, ਉਹਨੂੰ ਵਾਚ ਤੇ ਰੱਖ ਦਿੱਤਾ ਗਿਆ। ਸਰਕਾਰਾਂ ਨੂੰ ਸਵਾਲ ਇਹੀ ਤੇ ਆ ਫਿਰ ਇੰਡੀਆ ਅਜੀਤ ਜੀ ਚੱਲੀ ਸੀ ਜੀ ਸਵਾਲ ਇਹੀ ਤੇ ਆ ਫਿਰ ਇੰਡੀਆ ਜਾਂ ਪਾਕਿਸਤਾਨ 'ਚ ਕੀ ਫਰਕ ਹੋਇਆ? ਜੇ ਇੰਡੀਆ ਦਾ ਇੱਕ ਮੀਡੀਆ ਇੰਡੀਆ ਦੇ ਖਿਲਾਫ ਕੋਈ ਆਰਟੀਕਲ ਲਿਖਦਾ ਜਾਂ ਗੱਲ ਕਰਦਾ ਹੈ ਹੋ ਸਕਦਾ ਹੈ ਕਿ ਮੀਡੀਆ ਨੂੰ ਲੱਗਦਾ ਹੋਵੇ ਕਿ ਇੰਡੀਆ ਦੀ ਕਿਤੇ ਨਾ ਕਿਤੇ ਇਸ ਜਗ੍ਹਾ ਤੇ ਸਟ੍ਰੈਟਜੀ ਗਲਤ ਆ ਜਾਂ ਇੰਡੀਆ ਦਾ ਸਟੈਂਡ ਗਲਤ ਆ। ਉਹੀ ਚੀਜ਼ ਜਦੋਂ ਪਾਕਿਸਤਾਨ ਦੇ ਇੱਕ ਡੌਨ ਪੱਤਰਕਾਰ ਨੇ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਨਾਂ ECL 'ਚ ਪਾ ਦਿੱਤਾ ਗਿਆ। ਜਦਕਿ ਡੌਨ ਨਿਊਜ਼ ਦੇ ਉਸ ਪੱਤਰਕਾਰ ਨੇ ਬਾਰ-ਬਾਰ ਜਾਂ ਡੌਨ ਨਿਊਜ਼ਪੇਪਰ ਨੇ ਬਾਰ-ਬਾਰ ਕਨਫਰਮ ਕੀਤਾ ਸੀ ਕਿ ਤਿੰਨ ਵਾਰੀ ਰੀਕਨਫਰਮ ਕਰਨ ਤੋਂ ਬਾਅਦ ਇਹ ਨਿਊਜ਼ ਛਾਪੀ ਗਈ ਆ। ਉਸ ਤੋਂ ਬਾਅਦ ਵੀ ਪਾਕਿਸਤਾਨ ਦੁਆਰਾ ਇਹ ਸਟੈਪ ਲਿਆ ਗਿਆ ਤੇ ਕੁੱਲ ਮਿਲਾ ਕੇ ਜੇ ਮੈਂ ਦੇਖਾਂ ਤੇ ਦੋਵਾਂ ਦੇਸ਼ਾਂ ਦੀ ਸਟ੍ਰੈਟਜੀ ਵਿੱਚ ਕੋਈ ਫਰਕ ਵੇਖਣ ਨੂੰ ਨਹੀਂ ਨਜ਼ਰ ਆ ਰਿਹਾ। ਮੈਂ ਉਹੀ ਕਹਿ ਰਿਹਾ ਕਿ ਮੈਂ ਪਹਿਲਾਂ ਸ਼ੁਰੂ 'ਚ ਕਿਹਾ ਕਿ ਅਜੇ ਇੰਨੀ ਪਰਪੱਕਤਾ ਨਹੀਂ ਆਈ ਹੈਗੀ। ਪਰ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸਦਾ, ਉਹ ਇੱਥੇ ਹਿੰਦੁਸਤਾਨ ਦੇ ਵਿੱਚ ਵੀ ਕੁਝ ਇਹੋ ਜਿਹੇ ਲੋਕ ਨੇ ਵਿੱਚੇ ਉਹਨਾਂ ਦੇ ਪੱਤਰਕਾਰ ਆ ਜਾਂਦੇ ਨੇ, ਵਿੱਚੇ ਪਾਰਟੀਆਂ ਨਾਲ ਜੁੜੇ ਲੋਕ ਆ ਜਾਂਦੇ ਨੇ ਜਿਹੜੇ ਸੈਕੂਲਰ ਦੇ ਮੁੱਦੇ ਨੂੰ ਉਹਨਾਂ ਨੇ ਇੱਕ ਨਾ ਉਹਨਾਂ ਵਾਸਤੇ ਕੋਈ ਥਾਟ ਹੈ ਨਾ ਹੀ ਥੀਸਿਸ ਹੈ ਨਾ ਹੀ ਇੱਕ ਪੋਲੀਟੀਕਲ ਏਜੰਡਾ ਹੈ। ਬਹੁਤ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਇਸ ਨੂੰ ਸੈਕੂਲਰਿਜ਼ਮ ਨੂੰ ਔਰ ਲਿਬਰਲਿਜ਼ਮ ਨੂੰ ਇੱਕ ਫੈਸ਼ਨ ਬਣਾ ਲਿਆ। ਇੱਥੇ ਰੋਕਣਾ ਚਾਹੂੰਗਾ ਤੁਹਾਨੂੰ, ਇੱਥੇ ਰੋਕਣਾ ਚਾਹੂੰਗਾ ਲਫ਼ਜ਼ੀ ਤੁਹਾਡੀ ਆਵਾਜ਼ ਕੱਟ ਰਹੀ ਹੈ ਇੱਕ ਤੇ ਤੁਹਾਡੀ ਆਵਾਜ਼ ਕੱਟ ਰਹੀ ਹੈ ਦੂਜਾ ਜੋ ਤੁਸੀਂ ਗਵਰਨਮੈਂਟ ਵਾਸਤੇ ਉਹ ਕੋਈ ਗੱਲ ਸਹੀ ਲੋੜੀਂਦੀ ਵੀ ਹੋਵੇ ਭਾਵੇਂ ਕੁਝ ਪਾਰਟੀਆਂ ਸੈਕੂਲਰਿਜ਼ਮ ਦੇ ਬੁਰਕੇ ਦੇ ਥੱਲੇ ਪਹਿਲਾਂ ਉਹ ਇਸ ਤਰ੍ਹਾਂ ਦੀ ਪਾਲਿਸੀਜ਼ ਅਪਣਾਉਂਦੀਆਂ ਰਹਿਣ ਪਰ ਹੁਣ ਉਸ ਚੀਜ਼ ਨੂੰ ਲਿਬਰਲਿਜ਼ਮ ਦੀ ਜਿਹੜੀ ਹੈਗੀ ਲਿਫਾਫੇਬਾਜ਼ੀ ਉਹਦੇ ਵਿੱਚ ਪਾ ਕੇ ਗਵਰਨਮੈਂਟ ਦੀ ਉਹ ਵਿਰੋਧਤਾ ਕਰਨ ਲੱਗ ਜਾਂਦੀਆਂ ਨੇ। ਸੋ ਇੱਕ ਵਾਰੀ ਰੋਕਣਾ ਚਾਹੂੰਗਾ ਬੜਾ ਵਧੀਆ ਮੁੱਦਾ ਤੁਸੀਂ ਛੇੜਿਆ ਸੈਕੂਲਰ ਹੋਣ ਦੀ ਗੱਲ ਕੀਤੀ ਆ। ਬੜਾ ਵਧੀਆ ਜੀ ਨੇ ਮੁੱਦਾ ਛੇੜਿਆ ਸੈਕੂਲਰ ਹੋਣ ਦੀ ਗੱਲ ਕੀਤੀ ਹੈ। ਹਰ ਪਾਰਟੀ ਵੱਲੋਂ ਇਹ ਦਾਵਾ ਸਾਹਮਣੇ ਕੀਤਾ ਜਾਂਦਾ ਹੈ ਕਿ ਅਸੀਂ ਸੈਕੂਲਰ ਆ। ਸਬਦੀਸ਼ ਜੀ ਤੁਹਾਡੇ ਤੋਂ ਸਵਾਲ ਕਰਨਾ ਚਾਹੁੰਦਾ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਆਪ ਨੂੰ ਸੈਕੂਲਰ ਦੱਸਿਆ ਜਾਂ ਇੱਕ ਨਵਾਂ ਨੇਤਾ ਜੋ ਪਹਿਲਾਂ ਕਾਂਗਰਸ ਪਾਰਟੀ ਵਿੱਚ ਸੀ ਅੱਜ ਉਹਨੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤੀ ਤੇ ਰੀਜ਼ਨ ਉਹਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਸੈਕੂਲਰ ਪਾਰਟੀ ਆ। ਜਦਕਿ ਜੇ ਅਸੀਂ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਸਦੀਆਂ ਤੋਂ ਇਹੀ ਕਹਿੰਦੀ ਆ ਰਹੀ ਆ ਸੌਰੀ ਮੈਂ ਸਦੀਆਂ ਵਰਡ ਸ਼ਾਇਦ ਗਲਤ ਇਸਤੇਮਾਲ ਕਰ ਲਿਆ ਪਿਛਲੇ ਕਈ ਦਸ਼ਕਾਂ ਤੋਂ ਇਹੀ ਕਹਿੰਦੀ ਆ ਰਹੀ ਆ ਕਿ ਅਸੀਂ
ਪੰਥਿਕ ਪਾਰਟੀਆਂ, ਸਿੱਖਾਂ ਦੀ ਪਾਰਟੀ ਆ, ਹਰ ਪਾਰਟੀ ਸੈਕੂਲਰ ਸ਼ਬਦ ਦਾ ਇਸਤੇਮਾਲ ਆਪਣੇ ਹਿਸਾਬ ਨਾਲ ਆਪਣੇ ਫਾਇਦੇ ਵਾਸਤੇ ਕਰਦੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਐਗਜ਼ਾਮਪਲ ਦਿੱਤਾ ਕਿ ਅਸੀਂ ਪਿਛਲੀ ਵਾਰ 12 ਹਿੰਦੂਆਂ ਨੂੰ ਟਿਕਟਾਂ ਦਿੱਤੀਆਂ ਸੀ। 12 ਹਿੰਦੂਆਂ ਨੂੰ ਟਿਕਟਾਂ ਦੇਣ ਨਾਲ ਕੀ ਕੋਈ ਪਾਰਟੀ ਸੈਕੂਲਰ ਹੋ ਸਕਦੀ ਆ? ਹਰਪ੍ਰੀਤ ਜੀ, ਤੁਸੀਂ ਸਦੀਆਂ ਬੋਲ ਗਏ ਸੀ, ਪਰ ਇੱਕ ਸਦੀ ਤਾਂ ਹੋਰ 2-3 ਸਾਲਾਂ ਦੀ ਜਾਣੀ ਜੇ 1920 ਦੇ ਵਿੱਚ ਅਕਾਲੀ ਦਲ ਦੇ ਬਣਨ ਨੂੰ ਸਵੀਕਾਰ ਕਰ ਲਈਏ। ਅਕਾਲੀ ਦਲ 2020 ਦੇ ਵਿੱਚ ਕਮ ਸੇ ਕਮ ਇੱਕ ਸਦੀ ਦਾ ਹੋ ਜਾਏਗਾ। ਗੁਰਦੁਆਰਾ ਅੰਦੋਲਨ ਦੇ ਵਿੱਚੋਂ ਅਕਾਲੀ ਦਲ ਪੈਦਾ ਹੋਇਆ ਹੈ ਔਰ ਗੁਰਦੁਆਰਾ ਅੰਦੋਲਨ ਇੱਕ ਸਿੱਖ ਸਮਾਜ ਨਾਲ ਜੁੜੇ ਸਰੋਕਾਰਾਂ ਦਾ ਅੰਦੋਲਨ ਸੀ ਜਿਹਦੇ ਵਿੱਚੋਂ ਅਕਾਲੀ ਦਲ ਪੈਦਾ ਹੋਇਆ। ਪਰ ਅਕਾਲੀ ਦਲ ਨੇ ਜਦੋਂ ਆਪਣੀ 75ਵੀਂ ਵਰ੍ਹੇਗੰਢ ਮਨਾਈ ਸੀ, ਮੋਗਾ ਦੇ ਵਿੱਚ ਉਹਦਾ ਮੇਨ ਸਮਾਗਮ ਕੀਤਾ ਗਿਆ ਸੀ। ਉਸ ਸਮਾਗਮ ਦੇ ਵਿੱਚ ਅਕਾਲੀ ਦਲ ਨੇ ਆਪਣੀ ਪਾਲਿਸੀ ਓਪਨਲੀ ਇਸ ਗੱਲ ਲਈ ਤਬਦੀਲ ਕਰ ਲਈ ਸੀ ਕਿ ਅਸੀਂ ਨਿਰੋਲ ਪੰਥਕ ਪਾਰਟੀ ਨਹੀਂ ਆ, ਅਸੀਂ ਭਾਸ਼ਾ ਦੇ ਆਧਾਰ ਦੇ ਉੱਤੇ ਸੂਬਾ ਲਿਆ ਵਾ ਤੇ ਇਸ ਕਰਕੇ ਅਸੀਂ ਪੂਰੇ ਪੰਜਾਬੀਆਂ ਦੀ ਪਾਰਟੀ ਆ। ਤੇ ਪੰਜਾਬੀਆਂ ਦੀ ਪਾਰਟੀ ਬਣਨ ਪਿੱਛੇ ਉਹਦੀਆਂ ਦੋ ਮਾਨਤਾਵਾਂ ਨੇ। ਪਹਿਲੀ ਮਾਨਤਾ ਤਾਂ ਇਹੀ ਹੈ ਕਿ ਬੀਜੇਪੀ ਜਿਹਦੇ ਨਾਲ ਉਹਨਾਂ ਨੇ ਗੱਠਜੋੜ ਕੀਤਾ, ਜੇ ਉਹ ਆਪਣੇ ਆਪ ਨੂੰ ਨਿਰੋਲ ਪੰਥਕ ਪਾਰਟੀ ਰੱਖਦੀ ਆ ਤਾਂ ਜਿਹੜੇ ਲੋਕ ਹਿੰਦੂ ਭਾਈਚਾਰੇ ਤੋਂ ਕਾਂਗਰਸ ਦੇ ਵਿਰੋਧ ਦੇ ਵਿੱਚ ਜੁੜਨਾ ਚਾਹੁਣਗੇ ਉਹਨਾਂ ਨੂੰ ਫਿਰ ਬੀਜੇਪੀ ਨਾਲ ਜੁੜਨ ਲਈ ਤੁਸੀਂ ਖੁੱਲਾ ਛੱਡ ਦਿੰਦੇ ਹੋ। ਤੇ ਉਹ ਹਿੰਦੂ ਭਾਈਚਾਰੇ ਦੇ ਲੋਕ ਬੀਜੇਪੀ ਤੇ ਅਕਾਲੀ ਦਲ ਦੇ ਵਿੱਚੋਂ ਵੀ ਆਪਣੀ ਆਪਸ਼ਨ ਰੱਖ ਲੈਣ। ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦੀ ਇਹ ਰਣਨੀਤੀ ਹੈ ਕਿ ਬਿਨਾਂ RSS ਤੇ ਜਨਸੰਘ ਜਾਂ ਭਾਰਤੀ ਜਨਤਾ ਪਾਰਟੀ ਤੋਂ ਕਾਂਗਰਸ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਉਹਨਾਂ ਦੀ ਇਹ ਰਣਨੀਤੀ ਹੈ ਕਿ ਇਸ ਕਰਕੇ ਆਪਣੀ ਪਾਰਟੀ ਨੂੰ ਵੀ ਤੁਸੀਂ ਇੱਕ ਪੰਜਾਬੀ ਪਾਰਟੀ ਦੇ ਤੌਰ ਤੇ ਪੇਸ਼ ਕਰੋ। ਇਹ ਪੰਜਾਬੀ ਪਾਰਟੀ ਜਦੋਂ ਤਾਂ ਵਿਧਾਨ ਸਭਾ ਦੀਆਂ ਚੋਣਾਂ ਲੜਦੀ ਆ, ਪਾਰਲੀਮੈਂਟ ਦੀਆਂ ਚੋਣਾਂ ਲੜਦੀ ਆ, ਸੰਵਿਧਾਨ ਦੇ ਮੁਤਾਬਕ ਇਹ ਸੈਕੂਲਰ ਪਾਰਟੀ ਆ। ਦੂਜੀ ਗੱਲ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਨੋਟ ਕਰਵਾ ਦਿਆਂ ਕਿ ਦੇਸ਼ ਦੀ ਕੋਈ ਵੀ ਪਾਰਟੀ ਸੰਵਿਧਾਨ ਮੁਤਾਬਕ ਇਹ ਕਹਿ ਨਹੀਂ ਸਕਦੀ ਕਿ ਅਸੀਂ ਹਿੰਦੂ ਪਾਰਟੀ ਆ, ਅਸੀਂ ਸਿੱਖ ਪਾਰਟੀ ਆ, ਅਸੀਂ ਮੁਸਲਮਾਨ ਪਾਰਟੀ ਆ। ਹਾਲਾਂਕਿ ਅਸੀਂ ਲੇਬਲਿੰਗ ਕਰ ਸਕਦੇ ਹਾਂ ਕਿਸੇ ਵੀ ਪਾਰਟੀ ਦੇ ਉੱਤੇ ਕਿ ਇਹ ਪੰਥਕ ਹੈ, ਇਹ ਜਿਹੜੀ ਮੁਸਲਿਮ ਲੀਗ ਆ ਇਹ ਮੁਸਲਮਾਨਾਂ ਦੀ ਪਾਰਟੀ ਆ, ਭਾਰਤੀ ਜਨਤਾ ਪਾਰਟੀ ਜਿਹੜੀ ਆ ਹਿੰਦੂਆਂ ਦੀ ਪਾਰਟੀ ਆ। ਪਰ ਸੰਵਿਧਾਨਕ ਤੌਰ ਤੇ ਕਿਉਂਕਿ ਸਾਡਾ ਦੇਸ਼ ਸੈਕੂਲਰ ਆ ਤੇ ਕੋਈ ਵੀ ਪਾਰਟੀ ਆਪਣੇ ਆਪ ਨੂੰ ਕਾਗਜ਼ਾਂ ਦੇ ਵਿੱਚ ਤਾਂ ਸੈਕੂਲਰ ਹੀ ਪੇਸ਼ ਕਰੇਗੀ, ਮੰਚ ਦੇ ਉੱਤੇ ਤਾਂ ਸੈਕੂਲਰ ਹੀ ਪੇਸ਼ ਕਰੇਗੀ, ਪਰ ਉਹ ਆਪਣੀ ਸੈਕੂਲਰਿਜ਼ਮ ਦੇ ਬੁਰਕੇ ਦੇ ਹੇਠ ਕੁਝ ਵੀ ਕਰ ਸਕਦੀ ਹੈ। ਕਾਂਗਰਸ ਜਿਹੜੀ ਇੱਕ ਧਰਮ ਨਾਲ ਸੰਬੰਧਿਤ ਵੀ ਨਹੀਂ, ਉਹ ਸੈਕੂਲਰਿਜ਼ਮ ਦੇ ਬੁਰਕੇ 'ਚ ਬੜਾ ਕੁਝ ਕਰਦੀ ਰਹੀ ਆ। ਭਾਰਤੀ ਜਨਤਾ ਪਾਰਟੀ ਜ਼ਰਾ ਖੁੱਲ੍ਹ ਕੇ ਕਰ ਲੈਂਦੀ ਆ। ਅਕਾਲੀ ਦਲ ਕਿਸੇ ਵੇਲੇ ਪੰਥਕ ਮੁੱਦੇ ਖੁੱਲ੍ਹ ਕੇ ਉਠਾ ਲੈਂਦਾ ਸੀ, ਹੁਣ ਜ਼ਰਾ ਉਹਨਾਂ ਮੁੱਦਿਆਂ ਨੂੰ ਪਾਸੇ ਕਰਕੇ ਉਹ ਪੰਜਾਬੀਅਤ ਦਾ ਪਹਿਰੇਦਾਰ ਬਣਨ ਦੀ ਕੋਸ਼ਿਸ਼ ਕਰਦਾ। ਇਹ ਇੱਕ ਚੀਜ਼ ਨੇ। ਦੂਜੀ ਚੀਜ਼ ਜਿਹੜੀ ਮੈਂ ਇਹ ਕਹਿਣੀ ਚਾਹੁੰਦਾ ਕਿ ਜਦੋਂ ਅਸੀਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਮੀਡੀਆ ਦੇ ਸੰਕਟ ਦੀ ਗੱਲ ਕਰਦੇ ਹਾਂ, ਪਾਕਿਸਤਾਨ ਇੱਕ ਇਸਲਾਮਿਕ ਮੁਲਕ ਆ ਕਾਨੂੰਨਨ ਤੌਰ ਦੇ ਉੱਤੇ, ਉਹ ਬਣਿਆ ਵੀ ਟੂ ਨੇਸ਼ਨ ਥਿਊਰੀ ਦੇ ਆਧਾਰ ਦੇ ਉੱਤੇ ਆ। ਭਾਰਤ ਨੇ ਉਦੋਂ ਸੈਕੂਲਰ ਰਹਿਣਾ ਪਸੰਦ ਕੀਤਾ ਔਰ ਅਸੀਂ ਬਹੁਤ ਮਾਣ ਕਰਦੇ ਹਾਂ ਕਿ ਸਾਡੀ ਡੈਮੋਕ੍ਰੇਸੀ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਡੈਮੋਕ੍ਰੇਸੀ ਆ। ਜੇ ਸਭ ਤੋਂ ਵੱਡੀ ਡੈਮੋਕ੍ਰੇਸੀ ਤੇ ਸਭ ਤੋਂ ਵੱਡੇ ਸੈਕੂਲਰ ਹੋਣ ਦੇ ਦਾਅਵੇਦਾਰ ਮੁਲਕ ਦਾ ਮੀਡੀਆ ਆਜ਼ਾਦ ਨਹੀਂ ਹੈ, ਉਹਦੇ ਉੱਤੇ ਪਾਬੰਦੀਆਂ ਲਾਉਣ ਦੀ ਗੱਲ ਕੀਤੀ ਜਾਂਦੀ ਆ। ਤੁਸੀਂ ਕਹਿ ਰਹੇ ਸੀ ਕਿ ਇਕੱਲੇ ਨਾਇਡੂ ਨਹੀਂ, ਤੇ ਹਰਪ੍ਰੀਤ ਜੀ ਤੁਸੀਂ ਯਾਦ ਕਰੋ ਅੱਜ ਤੋਂ 1.5 ਸਾਲ ਪਹਿਲਾਂ ਅਰੁਣ ਜੇਤਲੀ ਸਾਹਿਬ ਨੇ ਉਦੋਂ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਦਿੱਲੀ ਦੇ ਮਾਹੌਲ ਕਾਰਨ ਬਹੁਤ ਜ਼ਿਆਦਾ ਵੇਵ ਬਣੀ ਹੋਈ ਸੀ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਅਸੀਂ ਸੋਸ਼ਲ ਮੀਡੀਆ ਨੂੰ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ, ਜਿਹਦੇ ਖਿਲਾਫ ਲੋਕੀ ਕੋਰਟਾਂ ਦੇ ਵਿੱਚ ਚਲੇ ਗਏ ਔਰ ਉਹਨਾਂ ਨੂੰ ਮੁੜ ਕੇ ਆਪਣਾ ਸਟੈਂਡ ਵਾਪਸ ਲੈਣਾ ਪਿਆ। ਸੋ ਇਸ ਕਰਕੇ ਅਸੀਂ ਇਹ ਕਹੀਏ ਕਿ ਭਾਰਤੀ ਜਨਤਾ ਪਾਰਟੀ ਤਾਂ ਜਿਹੜਾ ਵੀ ਤਰੀਕਾ ਉਹਨੂੰ ਲੱਭਦਾ ਵਾ ਲੋਕਾਂ ਨੂੰ ਕੰਟਰੋਲ ਕਰਨ ਦਾ ਉਹ ਕਰਦੀ ਹੈ, ਤੇ ਜਿਹੜਾ ਵੀ ਤਰੀਕਾ ਲੱਭਦਾ ਵਾ ਉਹਦੇ ਨਾਲ ਉਹ ਦੇਸ਼ ਭਗਤੀ ਦਾ ਜਨੂੰਨ ਪੈਦਾ ਕਰਦੀ ਹੈ। ਔਰ ਮੇਰੇ ਮੁਤਾਬਕ ਭਾਰਤੀ ਜਨਤਾ ਪਾਰਟੀ ਕੋਲੇ ਕੋਈ ਆਪਸ਼ਨ ਵੀ ਨਹੀਂ ਹੈ, ਕਿਉਂਕਿ ਉਹਦੇ ਕੋਲੇ ਆਰਥਿਕ ਨੀਤੀ ਡਾਕਟਰ ਮਨਮੋਹਨ ਸਿੰਘ ਵਾਲੀ ਹੈ। ਦੇਸ਼ ਦੇ ਵਿੱਚ ਜੋ ਸਮੱਸਿਆਵਾਂ ਮਨਮੋਹਨ ਸਿੰਘ ਵੇਲੇ ਸਨ ਉਹਨਾਂ ਸਮੱਸਿਆਵਾਂ ਦਾ ਉਹਨਾਂ ਕੋਲੇ ਕੋਈ ਹੱਲ ਨਹੀਂ ਹੈ। ਕਾਲੇ ਧਨ ਨੂੰ ਉਹ ਖੁਦ ਹੀ ਇੱਕ ਚੋਣ ਜੁਮਲਾ ਕਹਿ ਚੁੱਕੇ ਨੇ। ਫਿਰ ਜੇ ਇਹ ਸਾਰੀਆਂ ਚੀਜ਼ਾਂ ਉਹਨਾਂ ਕੋਲੇ ਨਹੀਂ ਹੈ ਤੇ ਉਹਨਾਂ ਕੋਲੇ ਆਪਸ਼ਨ ਕੀ ਬਚਦੀ ਹੈ ਕਿ ਉਹ ਦੇਸ਼ ਭਗਤੀ ਦਾ ਜਨੂੰਨ ਨਾ ਭੜਕਾਉਣ, ਚਾਹੇ ਉਹ ਸਰਜੀਕਲ ਸਟ੍ਰਾਈਕ ਦੇ ਨਾਂ ਦੇ ਉੱਤੇ ਹੋਵੇ। ਮੈਂ ਕਹਿੰਦਾ ਸਰਜੀਕਲ ਸਟ੍ਰਾਈਕ ਕਰਨੀ ਭਾਰਤ ਦੀ ਲੋੜ ਹੋ ਸਕਦੀ, ਪਰ ਜਿੱਥੇ 100 ਦਿਨ ਤੋਂ ਵੱਧ ਮਤਲਬ ਬੀਤ ਗਿਆ, ਲੋਕੀ ਕਰਫਿਊ ਦੇ ਵਿੱਚ ਜੀ ਰਹੇ ਆ,
ਜਿਹੜੇ ਪਾਕਿਸਤਾਨ ਨਾਲ ਲੜਨ ਦੀ ਸਾਨੂੰ ਇੰਨੀ ਚਿੰਤਾ, ਪਰ ਜਿਹੜੇ ਕਸ਼ਮੀਰ ਦੇ ਵਿੱਚ ਇੰਨੇ ਦਿਨਾਂ ਤੋਂ ਕਰਫਿਊ ਭੁਗਤ ਰਹੇ ਲੋਕ ਨੇ, ਉਹਨਾਂ ਦੀ ਭਾਰਤ ਸਰਕਾਰ ਨੇ ਕਿੰਨੀ ਕੁ ਚਿੰਤਾ ਕੀਤੀ ਹੈ ਤੇ ਉਹ ਸੱਤਾ ਦੇ ਵਿੱਚ ਵੀ ਆ। ਇਹਦਾ ਮਤਲਬ ਇਹ ਆ ਕਿ ਜਦੋਂ ਤੁਹਾਨੂੰ ਕੁਝ ਨਹੀਂ ਲੱਭਦਾ ਤੁਸੀਂ ਹੋਰ ਮੁੱਦੇ ਖੜੇ ਕਰ ਲੈਂਦੇ ਹੋ। ਅਸੀਂ ਦਾਅਵਾ ਕਰਦੇ ਹਾਂ ਸਾਨੂੰ ਸਰਹੱਦ ਪਾਰ ਪਤਾ ਲੱਗਿਆ, ਇੱਥੇ ਲਾਂਚਿੰਗ ਪੁਆਇੰਟ ਨੇ ਤੇ ਅਸੀਂ ਉਹਨਾਂ ਨੂੰ ਤਬਾਹ ਕਰ ਆਏ, ਪਰ ਉਸ ਤੋਂ ਬਾਅਦ ਕਿੰਨੇ ਹਮਲੇ ਸਾਡੇ ਆਪਣੇ ਦੇਸ਼ ਦੇ ਵਿੱਚ ਜੰਮੂ ਕਸ਼ਮੀਰ ਦੇ ਅੰਦਰ ਵੱਖ-ਵੱਖ ਥਾਵਾਂ ਦੇ ਉੱਤੇ ਅੱਤਵਾਦੀ ਕਰ ਚੁੱਕੇ ਕਿ ਉਦੋਂ ਸਾਡੇ ਕੋਲ ਕੋਈ ਸੂਚਨਾ ਨਹੀਂ ਮਿਲੀ ਆਪਣੇ ਦੇਸ਼ ਦੇ ਵਿੱਚ। ਇਹਦਾ ਮਤਲਬ ਅਸੀਂ ਦੇਸ਼ ਭਗਤੀ ਦਾ ਜਨੂਨ ਭੜਕਾਉਣਾ ਹੀ ਆਪਣਾ ਸਭ ਤੋਂ ਵਧੀਆ ਕਰਮ ਸਮਝਦੇ, ਔਰ ਭਾਰਤੀ ਜਨਤਾ ਪਾਰਟੀ ਇਸ ਦੇ ਵਿੱਚ ਨੰਬਰ 1 ਮਹਾਰਤ ਰੱਖਦੀ ਹੈ। ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਤੇ MNS, ਦੋ ਹੋਰ ਪਾਰਟੀਆਂ ਨੂੰ ਅਸੀਂ ਇਸੇ ਗੇੜ ਦੇ ਵਿੱਚ ਰੱਖ ਸਕਦੇ ਹਾਂ। ਦਰਾਜੀ, ਜੇ ਸੈਕੂਲਰ ਪਾਰਟੀ ਹੋਣ ਦੀ ਗੱਲ ਕਰਾਂ ਤੇ ਉਹ ਪਾਰਟੀਆਂ ਜਿਹੜੀ ਜਾਤੀ ਜਾਂ ਧਰਮ ਦੇ ਨਾਂ ਤੇ ਰਿਜ਼ਰਵੇਸ਼ਨ ਦੇ ਕੇ ਵੋਟਾਂ ਜਿੱਤਣ ਦੀ ਕੋਸ਼ਿਸ਼ ਕਰਦੀ ਆ, ਕੀ ਅਸੀਂ ਉਹਨਾਂ ਨੂੰ ਸੈਕੂਲਰ ਪਾਰਟੀ ਕਵਾਂਗੇ? ਚਾਹੇ ਮਹਾਰਾਸ਼ਟਰ ਵਿੱਚ ਮਰਾਠਾ ਦੇ ਨਾਂ ਤੇ ਰਿਜ਼ਰਵੇਸ਼ਨ ਦੇ ਕੇ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੋਵੇ, ਗੁਜਰਾਤ ਦੇ ਵਿੱਚ ਪਟੇਲਾਂ ਦੇ ਨਾਂ ਤੇ, ਰਾਜਸਥਾਨ ਦੇ ਵਿੱਚ ਮੀਨੀਆਂ ਦੇ ਨਾਂ ਤੇ ਜਾਂ ਗੁਜਰਾਂ ਦੇ ਨਾਂ ਤੇ, ਜਾਂ ਫਿਰ ਹਰਿਆਣੇ ਵਿੱਚ ਜਾਟਾਂ ਦੇ ਨਾਂ ਤੇ ਜਿਹੜੀ ਪਾਰਟੀ ਰਿਜ਼ਰਵੇਸ਼ਨ ਦੇਣ ਦੇ ਵਾਅਦਾ ਕਰਕੇ ਇਲੈਕਸ਼ਨ ਜਿੱਤਦੀ ਹੈ, ਕੀ ਅਸੀਂ ਉਹਨੂੰ ਟੈਕਨੀਕਲੀ ਸੈਕੂਲਰ ਕਹਿ ਪਾਵਾਂਗੇ? ਮੈਨੂੰ ਨਹੀਂ ਲੱਗਦਾ ਹਰਪ੍ਰੀਤ ਜੀ, ਧਰਮ ਜਾਤੀ ਦੇ ਆਧਾਰ ਤੇ ਜਿਹੜੀ ਵੀ ਪਾਰਟੀ, ਚਾਹੇ ਰਿਜ਼ਰਵੇਸ਼ਨ ਦੇ ਆਧਾਰ ਤੇ ਹੋਵੇ, ਜਿਹੜੀ ਵੀ ਪਾਰਟੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਆਪਣੀਆਂ ਵੋਟਾਂ ਵਧਾਉਣਾ ਘਟਾਉਣਾ ਚਾਹੁੰਦੀ ਹੈਗੀ ਹੈ, ਆਪਣੀ ਪੋਲੀਟੀਕਲ ਪਾਰਟੀ ਦੀ ਸਟਾਕ ਬਚਾਉਣਾ ਚਾਹੁੰਦੀ ਹੈ, ਉਹਨੂੰ ਸੈਕੂਲਰ ਕਹਿ ਹੀ ਨਹੀਂ ਸਕਦੇ। ਤੇ ਮੈਂ ਬੜਾ ਸ਼ਰਮਿੰਦਗੀ ਮਹਿਸੂਸ ਕਰਦਾ ਪਿਆ ਕਿ ਅੱਜ ਦੀ ਡੇਟ ਵਿੱਚ ਇੰਡੀਆ 'ਚ ਕੋਈ ਵੀ ਅਜਿਹੀ ਪਾਰਟੀ ਨਹੀਂ ਜਿਹਨੂੰ ਆਪਾਂ ਸੈਕੂਲਰ ਕਹਿ ਸਕਦੇ ਹਾਂ, ਜਿਹਨੂੰ ਆਪਾਂ ਬਿਲਕੁਲ ਸਾਫ਼ ਸੁਥਰੀ ਸਪਸ਼ਟ ਪਾਰਟੀ ਕਹਿ ਸਕਦੇ ਹਾਂ, ਜਿਹੜੀ ਨਾ ਜਾਤੀ ਦਾ ਕਾਰਡ ਖੇਡੇ, ਨਾ ਧਰਮ ਦਾ ਕਾਰਡ ਖੇਡੇ, ਨਾ ਹੋਰ ਕਿਸੇ ਚੀਜ਼ ਦਾ ਕਾਰਡ ਖੇਡੇ। ਹਰ ਪੋਲੀਟੀਕਲ ਪਾਰਟੀ, ਚਾਹੇ ਉਹ ਇੰਡੀਆ ਲੈਵਲ ਦੀ ਪਾਰਟੀ ਹੋਵੇ, ਨੈਸ਼ਨਲ ਪਾਰਟੀ ਹੋਵੇ, ਚਾਹੇ ਰੀਜਨਲ ਪਾਰਟੀ ਹੋਵੇ, ਕਿਤੇ ਨਾ ਕਿਤੇ ਧਰਮ ਦਾ ਕਾਰਡ, ਜਾਤੀ ਦਾ ਕਾਰਡ, ਰਿਜ਼ਰਵੇਸ਼ਨ ਦਾ ਕਾਰਡ, ਹਰ ਕਾਰਡ ਖੇਡਦੇ ਆ ਸਿਰਫ ਆਪਣਾ ਪੋਲੀਟੀਕਲ ਇੱਲੂ ਸਿੱਧਾ ਕਰੋ। ਅਜੀਤ ਜੀ, ਸਮਾਂ ਜ਼ਿਆਦਾ ਨਹੀਂ ਬਚਿਆ, ਤੁਸੀਂ ਹਮੇਸ਼ਾ ਕਾਂਗਰਸ ਪਾਰਟੀ ਤੇ ਵੀ ਸਵਾਲ ਉਠਾਉਂਦੇ ਜੋ ਕਿ ਸੈਕੂਲਰ ਹੋਣ ਦੀ ਗੱਲ ਕਰੇ, ਚਾਹੇ ਜਾਤੀਵਾਦ ਦੀ ਗੱਲ ਕਰੇ, ਪਰ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਛੁਪੀ ਰਾਜਨੀਤੀ ਕਰਦੀ ਆ। ਬੀਜੇਪੀ, MNS ਜਾਂ ਸ਼ਿਵ ਸੈਨਾ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਕਹਿੰਦੇ ਨੇ ਤਾਂ ਕਿ ਸਾਨੂੰ ਉਹ ਆਪਣੇ ਮੂੰਹੋਂ ਬੋਲਦੇ ਨੇ, ਲੋਕਾਂ ਨੂੰ ਪਤਾ ਲੱਗ ਜਾਂਦਾ ਉਹਨਾਂ ਦੀ ਪਾਲਿਸੀ ਦਾ, ਪਰ ਕਾਂਗਰਸ ਪਾਰਟੀ ਦਾ ਕਿਤੇ ਨਾ ਕਿਤੇ ਲੋਕਾਂ ਨੂੰ ਪਤਾ ਵੀ ਨਹੀਂ ਹੈ, ਚੁੱਪ ਚਪੀਤੇ ਕੰਮ ਕਰਦੇ ਨੇ। ਤੇ ਸ਼ਾਇਦ ਤੁਹਾਡੇ ਹਿਸਾਬ ਨਾਲ ਕਾਂਗਰਸ ਪਾਰਟੀ ਨੂੰ ਵੀ ਅਸੀਂ ਸੈਕੂਲਰ ਨਹੀਂ ਕਹਿ ਪਾਵਾਂਗੇ। ਬਿਲਕੁਲ ਸੈਕੂਲਰ ਨਹੀਂ ਜੀ। ਅਸਲ ਦੇ ਵਿੱਚ ਕਮਿਊਨਿਜ਼ਮ ਦੀ, ਜਾਤੀਵਾਦ ਦੀ, ਇਸ ਰਾਜਨੀਤੀ ਦੀ ਨੀਂਹ ਹੀ ਜਿਹੜੀ ਹੈਗੀ ਕਾਂਗਰਸ ਪਾਰਟੀ ਨੇ ਰੱਖੀ ਹੈ। ਜੇ ਰੀਅਲ ਸੈਂਸ ਦੇ ਵਿੱਚ ਸ਼ੁਰੂ ਤੋਂ ਜਿਹੜੀ ਹੈਗੀ ਉਹ ਜਿਹੜੀ ਆਪਣੀ ਪੋਲਿਟਿਕਸ ਆ ਉਹਨੂੰ ਸੈਕੂਲਰ ਕਰ ਲੈਂਦੇ, ਤੇ ਅੱਜ ਮੇਰਾ ਖਿਆਲ ਹੈ ਪੰਜਾਬ ਦੀ ਰਾਜਨੀਤਿਕ ਜਿਹੜੀ ਬਣਤਰ ਹੈ ਉਹਦਾ ਖਾਕਾ ਹੀ ਹੋਰ ਹੁੰਦਾ ਹੈਗਾ। ਔਰ ਜਿੱਥੇ ਤੱਕ ਦਲਿਤਾਂ ਦੀ ਮਦਦ ਕਰਨ ਦੀ ਲੋੜ ਸੀ, ਉਹਨਾਂ ਨੂੰ 10 ਸਾਲ ਵਾਸਤੇ ਕਿਹਾ ਗਿਆ ਸੀ, ਪਰ ਜਦੋਂ ਉਹਨਾਂ ਨੂੰ ਦਿਖਿਆ ਕਿ ਸਾਨੂੰ ਰਾਜਨੀਤੀ